वैसे तो देखो अपने लास्ट क्लास च ये चैप्टर की शुरुआत कर ली सी, पर आप इस चैप्टर की शुरुआत दोबारा तो करांगे क्योंकि इस चैप्टर का आप जो डिस्कस किया सीगा वो कुछ थोड़ा बहुत पोर्शन ही सीगा एंड गैप है गया 2-3 दिन का, ਉਹਦੇ ਨਾਲ ਨਾਲੇ ਤਾਂ ਰਿਵੀਜ਼ਨ ਹੋ ਜੂਗੀ ਨਾਲੇ ਆਪਣਾ ਚੈप्टर ਜਿਹੜਾ ਹੈਗਾ ਦੁਬਾਰਾ ਤੋਂ ਸ਼ੁਰੂ ਹੋ ਜੂਗਾ। ਠੀਕ ਹੈ, ਤਾਂ ਸਾਰਿਆਂ ਨੇ ਧਿਆਨ ਨਾਲ ਪਹਿਲਾਂ ਇਲਾਸਟਿਸਿਟੀ ਆਫ ਡਿਮਾਂਡ ਦਾ ਆਪਾਂ ਮਤਲਬ ਸੁਣਾਂਗੇ। ਜਿਵੇਂ ਕਿ ਆਪਾਂ ਸਾਰਿਆਂ ਨੇ ਲਾਅ ਆਫ ਡਿਮਾਂਡ ਸਟੱਡੀ ਕੀਤਾ। ਲਾਅ ਆਫ ਡਿਮਾਂਡ ਸਾਨੂੰ ਇਹ ਕਹਿੰਦਾ ਸੀ ਕਿ ਐਜ਼ ਦਾ ਪ੍ਰਾਈਸ ਇਨਕਰੀਜ਼ਸ ਡਿਮਾਂਡ ਜਿਹੜੀ ਹੈ ਉਹ ਦੈਟ ਡਿਕਰੀਜ਼ਸ ਐਂਡ ਲਾਅ ਆਫ ਡਿਮਾਂਡ ਨੇ ਸਾਨੂੰ ਇਹ ਐਕਸਪਲੇਨ ਕੀਤਾ ਕਿ ਲਾਅ ਆਫ ਡਿਮਾਂਡ ਸਾਨੂੰ ਐਕਸਪਲੇਨ ਕਰਕੇ ਗਿਆ ਇਨਵਰਸ ਰਿਲੇਸ਼ਨਸ। ਠੀਕ ਹੈ ਜੀ, यानी कि नैगेटिव रिलेशन जिहदे विच असीं ये कहा कि एक चीज़ के वधन नाल दूसरी चीज़ की घटती है। ठीक है, पर लॉ ऑफ डिमांड फेल्स टू एक्सप्लेन हाउ मच इनक्रीज इन डिमांड, हाउ मच इनक्रीज इन प्राइस रिस्पेक्ट टू गिव राइज टू हाउ मच इनक्रीज इन क्वांटिटी डिमांडेड। सानू उन्हें ये नहीं दस्या कि चेंज होगा, उन्हें क्या चेंज होगा, बिल्कुल होगा, असीं भी मान के चेंज होगा, पर चेंज होगा कितना इस कॉन्सैप्ट में एक्सप्लेन करने दे विच लॉ ऑफ डिमांड रहा फेल। तो इस करके उस नूं असीं थोड़ा जिहा एक्सटेंड करने वास्ते इस चीज़ नूं एक्सप्लेन करने वास्ते असीं किहड़ा कॉन्सैप्ट लैके आए इलास्टिसिटी ऑफ डिमांड। इलास्टिसिटी ऑफ डिमांड सानूं ये इन्फॉर्मेशन प्रोवाइड करता है कि हाउ मच चेंज इन प्राइस लीड्स टू हाउ मच चेंज इन क्वांटिटी दैट इज कॉल्ड द इलास्टिसिटी ऑफ डिमांड। इलास्टिसिटी ऑफ डिमांड जिहड़ी हैगी है ਇਹਦੀ ਜਦੋਂ ਅਸੀਂ ਇਹਨੂੰ ਤੁਹਾਡੇ ਸਿਲੇਬਸ ਜਿਹੜੀ ਹੈਗੀ ਹੈ ਇਹਨੂੰ ਅਸੀਂ ਕੀ ਬੋਲਦੇ ਆ, ਇਹਨੂੰ ਅਸੀਂ ਬੋਲਦੇ ਆ ਜੀ ਪ੍ਰਾਈਸ ਇਲਾਸਟਿਸਿਟੀ ਆਫ ਡਿਮਾਂਡ। ਇਹਨੂੰ ਅਸੀਂ ਕੀ ਬੋਲਦੇ ਆ, ਪ੍ਰਾਈਸ ਇਲਾਸਟਿਸਿਟੀ ਆਫ ਡਿਮਾਂਡ। ਉਸ ਡਿਮਾਂਡ ਜਿਹੜੀ ਕਿ ਪ੍ਰਾਈਸ ਦੇ ਉੱਤੇ ਡਿਪੈਂਡ ਕਰਦੀ ਹੈ। ਠੀਕ ਹੈ, ਐਂਡ ਉਹ ਕਨਸੈਪਟ ਜਿਹੜਾ ਸਾਨੂੰ ਇਹ ਦੱਸਦਾ ਹੈ ਕਿ ਪ੍ਰਾਈਸ ਵਿੱਚ ਕਿੰਨੇ % ਚੇਂਜ ਆਇਆ ਔਰ ਪ੍ਰਾਈਸ ਦੇ ਵਿੱਚ ਚੇਂਜ ਆਉਣ ਦੇ ਨਾਲ ਸਾਡੀ ਡਿਮਾਂਡ ਦੇ ਵਿੱਚ ਕਿੰਨਾ ਚੇਂਜ ਆਇਆ। ਗੱਲ ਸਮਝ ਗਏ? परसेंटेज चेंज इन क्वांटिटी डिमांडेड डिवाइड बाय परसेंटेज चेंज इन प्राइस। ठीक है जी, ਅਸੀਂ ਉਸ ਨੂੰ ਕੀ ਬੋਲਦੇ ਹਾਂ, ਪ੍ਰਾਈਸ ਇਲਾਸਟਿਸਿਟੀ ਆਫ ਡਿਮਾਂਡ। ਦੋ ਤਰ੍ਹਾਂ ਦੀ ਇਲਾਸਟਿਸਿਟੀ ਹੋ ਹੁੰਦੀ ਹੈ ਜੀ। ਇੱਕ ਸਾਡੇ ਕੋਲ ਹੁੰਦੀ ਹੈ ਇਨਕਮ ਇਲਾਸਟਿਸਿਟੀ, ਸਮਝ ਗਏ ਕਿਹੜੀ ਇਲਾਸਟਿਸਿਟੀ, ਇਨਕਮ ਇਲਾਸਟਿਸਿਟੀ ਆਫ ਡਿਮਾਂਡ। ਐਂਡ ਸੈਕੰਡ ਇਲਾਸਟਿਸਿਟੀ ਹੁੰਦੀ ਹੈ ਜੀ ਕ੍ਰਾਸ ਇਲਾਸਟਿਸਿਟੀ, ਕ੍ਰਾਸ ਇਲਾਸਟਿਸਿਟੀ ਆਫ ਡਿਮਾਂਡ। ਇਸ ਤੋਂ ਪਹਿਲਾਂ ਇਹਨਾਂ ਦੋਨਾਂ ਨੂੰ ਐਕਸਪਲੇਨ ਕਰਨ ਤੋਂ ਪਹਿਲਾਂ, ਕਿਉਂਕਿ ਥੀਸ ਆਰ ਨਾਟ ਇਨ ਆਵਰ ਸਿਲੇਬਸ, ਇਹ ਸਾਡੇ ਸਿਲੇਬਸ 'ਚ ਨਹੀਂ ਹੈਗਾ, ਇਹਨਾਂ ਨੂੰ ਐਕਸਪਲੇਨ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਐਕਸਪਲੇਨ ਕਰ ਰਿਹਾ ਪਹਿਲਾਂ, ਉਹ ਧਿਆਨ ਰੱਖਣੀ ਹੈ। ਸਭ ਤੋਂ ਪਹਿਲਾਂ ਆਪਾਂ ਇਹ ਪ੍ਰਾਈਸ ਇਲਾਸਟਿਸਿਟੀ ਆਫ ਡਿਮਾਂਡ ਦਾ ਮੈਂ ਇੱਥੇ ਫਾਰਮੂਲਾ ਲਿਖ ਰਿਹਾ, ਸਮਝ ਗਏ ਗੱਲ, ਫਾਰਮੂਲਾ ਲਿਖ ਰਿਹਾ। ਫਾਰਮੂਲਾ ਲਿਖਣਾ ਹੀ ਕੁਛ ਨਹੀਂ, ਬਣਿਆ ਕਿਵੇਂ ਉਹ ਦੱਸੂਗਾ ਮੈਂ ਪਹਿਲਾਂ ਤੁਹਾਨੂੰ। ਦੇਖੋ ਫਾਰਮੂਲਾ ਹੈਗਾ इलास्टिसिटी ऑफ डिमांड इज इक्वल टू, पहला तो जो इलास्टिसिटी ऑफ डिमांड को लिखना है ना, ई दे पैर च डी है ना कि ये बराबर डी है, समझ गए गल, ई दे पैर च डी है। लिखना कि मैं फॉर्मूला परसेंटेज चेंज, डेल्टा का मतलब क्या होता है चेंज। ठीक है, परसेंटेज चेंज इन क्वांटिटी डिमांडेड, समझ गए, परसेंटेज चेंज इन क्वांटिटी डिमांडेड डिवाइड बाय परसेंटेज चेंज इन प्राइस, कि प्राइस ਦੇ ਵਿੱਚ ਚੇਂਜ ਹੋਣ ਦੇ ਨਾਲ ਕੁਆਂਟੀਟੀ ਦੇ ਵਿੱਚ ਕਿੰਨਾ ਚੇਂਜ ਹੈ। ਗੱਲ ਸਮਝ ਗਏ? ਪ੍ਰਾਈਸ ਦੇ ਵਿੱਚ ਚੇਂਜ ਹੋਣ ਦੇ ਨਾਲ ਕਿੰਨੇ % ਪ੍ਰਾਈਸ 'ਚ ਚੇਂਜ ਹੋਇਆ ਤੇ ਉਹਦੇ ਨਾਲ ਕਿੰਨੇ % ਕੁਆਂਟੀਟੀ ਦੇ ਵਿੱਚ ਡਿਮਾਂਡ ਦੇ ਵਿੱਚ ਕੁਆਂਟੀਟੀ ਦੇ ਵਿੱਚ ਚੇਂਜ ਹੋ ਗਿਆ, ਡਿਮਾਂਡ ਵਿੱਚ ਚੇਂਜ ਹੋ ਗਿਆ। ਦੈਟ ਇਜ਼ ਕਾਲਡ ਪ੍ਰਾਈਸ ਇਲਾਸਟਿਸਿਟੀ ਆਫ ਡਿਮਾਂਡ। ਗੱਲ ਸਮਝ ਗਏ? ਹੁਣ ਇਹਨੂੰ ਆਪਾਂ ਡੈਰੀਵੇਟ ਫਰਦਰ ਬਾਅਦ ਵਿੱਚ ਕਰਦੇ ਹਾਂ। ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੋ ਗੱਲਾਂ ਦੱਸਦਾ ਜੀ ਕਿ ਪਰਸੈਂਟੇਜ ਕਿਉਂ ਕੱਢੀ ਜਾਂਦੀ ਹੈ। ਸਮਝ ਗਏ? ਪਰਸੈਂਟੇਜ ਕਿਉਂ ਕੱਢੀ ਜਾਂਦੀ ਹੈ? ਜਦੋਂ ਅਸੀਂ ਇਹ ਫਾਰਮੂਲਾ ਡਰਾਈਵ ਕਰ ਲਿਆ, ਐਟ ਦੀ ਐਂਡ ਮੈਂ ਇੱਕ ਸਾਈਨ ਲਗਾਉਂਗਾ ਨੈਗੇਟਿਵ। ਉਹ ਸਾਈਨ ਕਿਉਂ ਨੈਗੇਟਿਵ ਲੱਗਿਆ ਇਹ ਤੁਹਾਨੂੰ ਮੈਂ ਬਾਅਦ ਚ ਦੱਸੂਗਾ। ਇਹ ਦੋ ਗੱਲਾਂ ਦੱਸਣੀਆਂ ਪਹਿਲਾਂ, ਠੀਕ ਹੈ ਗੱਲ। ਸਭ ਤੋਂ ਪਹਿਲਾਂ ਆਪਾਂ ਪਰਸੈਂਟੇਜ ਸੁਣੋ ਕੀ ਹੁੰਦਾ। ਕਹਿੰਦੇ ਜੀ ਮੰਨ ਲਓ मैं गल कर रहा चेयर की तो एक गल कर रहा जी टेबल की, सब समझ गए? यदि प्राइस है जी 10 तो 20 होगी, समझ गए? प्राइस कितनी होगी 10 तो 20 होगी। क्वांटिटी जी है जी 50 तो 25 है जी, क्वांटिटी जी 50 तो 25। उस तो बाद यदि प्राइस है जी 50 तो ही 100 होगी,
ठीक है। ਇਹਦੀ ਪ੍ਰਾਈਸ ਇਹਦੀ ਜਿਹੜੀ ਕੁਆਂਟੀਟੀ ਡਿਮਾਂਡਡ ਹੈ ਉਹ ਸਾਡੇ ਕੋਲ ਹੋਗੀ ਜੀ 200 ਤੋਂ 100, ਠੀਕ ਹੈ। ਤੁਸੀਂ ਚਾਹੁੰਦੇ ਹੋ ਇਹਨਾਂ ਨੂੰ ਕੰਪੇਅਰ ਕਰਨਾ, ਇਹਦੀ ਪ੍ਰਾਈਸ ਚੀਜ਼ ਦੀ ਅੱਡ ਹੈ, ਇਹਦੀ ਪ੍ਰਾਈਸ ਚੀਜ਼ ਦੀ ਅੱਡ ਹੈ, ਕਿ ਕੰਪੈਰੀਜ਼ਨ ਕਰ ਪਾਓਗੇ? ਨਹੀਂ ਕਰ ਸਕਦੇ ਨਾ ਕੰਪੈਰੀਜ਼ਨ। ਕੰਪੈਰੀਜ਼ਨ ਜੀ ਦੋ ਇੱਕੋ ਜਿਹੀਆਂ ਚੀਜ਼ਾਂ ਦਾ ਹੁੰਦਾ ਹੈ, ਸਮਝ ਗਏ? ਜੇ ਆਪਾਂ ਕਹਦੇ ਵੀ ਦੋ ਡਿਫਰੈਂਟ ਥਿੰਗਸ ਨੇ, ਅਗਰ ਉਹਨਾਂ ਦਾ ਅਸੀਂ ਕੰਪੈਰੀਜ਼ਨ ਕਰਨਾ ਹੋਵੇ ਤਾਂ ਇਟ ਇਜ਼ ਵੈਰੀ ਡਿਫਿਕਲਟ ਟੂ ਐਸਟੈਬਲਿਸ਼ ਦਾ ਆਪਣਾ ਕੰਪੈਰੀਜ਼ਨ, ਸਮਝ ਗਏ ਗੱਲ? ਤਾਂ ਕੰਪੈਰੀਜ਼ਨ ਹਮੇਸ਼ਾ ਦੋ ਇੱਕੋ ਜਿਹੀਆਂ ਚੀਜ਼ਾਂ ਦਾ ਹੁੰਦਾ ਹੈ। ਹੁਣ ਤੁਹਾਨੂੰ ਸਭ ਨੂੰ ਪਤਾ ਹੈ ਕਿ ਪਰਸੈਂਟੇਜ ਜਿਹੜੀ ਹੈ ਉਹ ਸਾਰਿਆਂ ਨੂੰ ਬਰਾਬਰ ਕਰ ਦਿੰਦੀ ਹੈ, ਕਰਦੇ ਕਿ ਨਹੀਂ ਕਰਦੀ? ਜੇ ਮੈਂ ਤੁਹਾਡੇ ਸਭ ਦੇ ਮਾਰਕਸ 100 ਵਿੱਚੋਂ ਕੈਲਕੂਲੇਟ ਕਰਨੇ ਸ਼ੁਰੂ ਕਰ ਦਾਂ ਤਾਂ ਸਭ ਨੂੰ ਬਰਾਬਰ ਕਰ ਦੂਗੀ ਨਾ, ਠੀਕ ਹੈ ਗੱਲ? ਸਾਰਿਆਂ ਦੀ 100 ਚੋਂ ਆਉਣਗੇ ਤਾਂ ਵੀ ਕੈਨ ਈਜ਼ੀਲੀ ਕੰਪੇਅਰ, ਤਾਂ ਅਸੀਂ ਆਸਾਨੀ ਨਾਲ ਕੰਪੇਅਰ ਕਰ ਸਕਦੇ ਹਾਂ। ਤਾਂ ਕਰਕੇ ਅਸੀਂ ਉਰੇ ਕੀ ਹੈ ਪ੍ਰੋਪਰ ਤਰੀਕੇ ਨਾਲ ਐਨਾਲਿਸਿਸ ਕਰਨ ਵਾਸਤੇ, ਤਾਂ ਕਿ ਇੱਕ ਚੀਜ਼ ਦਾ ਕੰਪੈਰੀਜ਼ਨ ਦੂਸਰੇ ਨਾਲ ਹੋ ਜੇ, ਅਸੀਂ ਕੀ ਕੈਲਕੂਲੇਟ ਕੀਤੀ? ਪਰਸੈਂਟੇਜ। ਸਮਝ ਗਏ ਗੱਲ? ਅਸੀਂ ਸਾਰੀਆਂ ਚੀਜ਼ਾਂ ਨੂੰ ਆਪਸ 'ਚ ਕੰਪੇਅਰੇਬਲ ਬਣਾ ਸਕੀਏ, ਇਸ ਕਰਕੇ ਅਸੀਂ ਕਿਹਦਾ ਯੂਜ਼ ਕੀਤਾ ਜੀ? ਇੱਥੇ ਪਰਸੈਂਟੇਜ ਦਾ ਯੂਜ਼ ਕੀਤਾ। ਸਮਝ ਕੇ ਸਾਰੇ ਜਣੇ? ਔਰ ਇਹ ਨੈਗੇਟਿਵ ਦਾ ਸਾਈਨ ਦਾ ਕਿਉਂ ਯੂਜ਼ ਕੀਤਾ ਸੀ? ਨੈਗੇਟਿਵ ਸਾਈਨ ਦਾ ਯੂਜ਼ ਅਸੀਂ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਸਾਡਾ ਜਿਹੜਾ ਡਿਮਾਂਡ ਤੇ ਪ੍ਰਾਈਸ ਦਾ ਰਿਲੇਸ਼ਨ ਹੈ ਉਹ ਨੈਗੇਟਿਵ ਹੈ। ਸਮਝ ਕੇ ਗੱਲ? ਇੱਕ ਚੀਜ਼ ਦੇ ਵਧਣ ਨਾਲ ਦੂਸਰੀ ਚੀਜ਼ ਘਟਦੀ ਹੈ, ਗੱਲ ਸਮਝ ਗਏ? ਇੱਕ ਚੀਜ਼ ਦੇ ਵਧਣ ਨਾਲ ਦੂਸਰੀ ਚੀਜ਼ ਘਟਦੀ ਹੈ, ਸਮਝ ਗਏ? ਪ੍ਰਾਈਸ ਦੇ ਵਧਣ ਨਾਲ ਡਿਮਾਂਡ ਘਟਦੀ ਹੈ, ਪ੍ਰਾਈਸ ਦੇ ਘਟਣ ਨਾਲ ਡਿਮਾਂਡ ਵੱਧਦੀ ਹੈ। ਤਾਂ ਇਸ ਕਰਕੇ ਇਹਨਾਂ ਵਿੱਚ ਨੈਗੇਟਿਵ ਰਿਲੇਸ਼ਨ ਹੈ, ਤਾਂ ਅਸੀਂ ਕਿਹੜਾ ਸਾਈਨ ਲਗਾਤਾ? ਨੈਗੇਟਿਵ। ਸਮਝ ਗਏ ਗੱਲ? ਹੁਣ ਇਹ ਕਦੋਂ ਲਗਾਉਣਾ ਹੈ ਮੈਂ ਤੁਹਾਨੂੰ ਦੱਸੂਗਾ ਕਦੋਂ, ਠੀਕ ਹੈ ਜੀ? ਕਲੀਅਰ ਹੈ ਸਾਰਿਆਂ ਨੂੰ ਇਹ? ਠੀਕ ਹੈ। ਹੁਣ ਸਾਰੇ ਜਣੇ ਆਪਾਂ ਸੁਣਾਂਗੇ ਇਨਕਮ ਇਲਾਸਟਿਸਿਟੀ ਆਫ ਡਿਮਾਂਡ ਕੀ ਹੁੰਦੀ ਹੈ। ਇਨਕਮ ਇਲਾਸਟਿਸਿਟੀ ਆਫ ਡਿਮਾਂਡ ਦਾ ਇਹ ਮਤਲਬ ਹੈ ਕਿ ਐਜ਼ ਦਾ ਇਨਕਮ ਇਨਕਰੀਜ਼ਸ ਡਿਮਾਂਡ ਜਿਹੜੀ ਹੈ ਉਹ ਵੀ ਕੀ ਹੋ ਜਾਂਦੀ ਹੈ? ਇਨਕਰੀਜ਼ ਹੋ ਜਾਂਦੀ ਹੈ। ਗੱਲ ਸਮਝ ਗਏ? ਇਨਕਮ ਦੇ ਵਿੱਚ ਕਿੰਨੇ ਪਰਸੈਂਟ ਚੇਂਜ ਹੋਇਆ, ਡਿਮਾਂਡ ਦੇ ਵਿੱਚ ਕਿੰਨੇ ਪਰਸੈਂਟ ਚੇਂਜ ਹੋਇਆ, ਉਹਦੇ ਕਰਕੇ ਇਨਕਮ ਦੇ ਕਰਕੇ ਦੈਟ ਇਜ਼ ਕਾਲਡ ਇਨਕਮ ਇਲਾਸਟਿਸਿਟੀ ਆਫ ਡਿਮਾਂਡ। ਹੁਣ ਜੇ ਫਾਰਮੂਲਾ ਬਣਾਉਣਾ ਹੋਵੇ ਤਾਂ ਇਹ ਬਣ ਜਾਏਗਾ ਪਰਸੈਂਟੇਜ ਚੇਂਜ ਇਨ ਇਨਕਮ, percentage change in quantity demanded divided by percentage change in income। ਸਮਝ ਕੇ ਗੱਲ? ਇਨਕਮ ਦੇ ਵਿੱਚ ਕਿੰਨੇ ਪਰਸੈਂਟ ਚੇਂਜ ਹੋਇਆ ਤੇ ਉਹਦੇ ਕਰਕੇ ਡਿਮਾਂਡ ਵਿੱਚ ਕਿੰਨਾ ਚੇਂਜ ਹੋਇਆ, ਦੈਟ ਇਜ਼ ਕਾਲਡ ਇਨਕਮ ਇਲਾਸਟਿਸਿਟੀ ਆਫ। ਸਰ ਸਾਈਨ ਦਾ ਹੀ ਪਲੱਸ ਦਾ ਲੱਗ ਜੂਗਾ ਉਹਦੇ ਵਿੱਚ ਡਾਇਰੈਕਟ ਰਿਲੇਸ਼ਨ ਹੈ। ਬਿਲਕੁਲ ਸਾਈਨ ਪਲੱਸ ਦਾ ਲੱਗੇ, ਠੀਕ ਹੈ ਜੀ। ਹੁਣ ਉਸ ਤੋਂ ਬਾਅਦ ਕ੍ਰਾਸ ਇਲਾਸਟਿਸਿਟੀ ਆਫ ਡਿਮਾਂਡ। ਕ੍ਰਾਸ ਇਲਾਸਟਿਸਿਟੀ ਆਫ ਡਿਮਾਂਡ ਜ਼ਿਆਦਾਤਰ ਜਦੋਂ ਅਸੀਂ ਦੋ ਗੁੱਡਸ ਦੀ ਗੱਲ ਕਰੀਏ, ਜ਼ਿਆਦਾਤਰ ਸਬਸਟੀਟਿਊਟ ਗੁੱਡਸ ਦੀ ਗੱਲ ਹੁੰਦੀ ਹੈ। ਜੇ ਵੀ ਕਹਿੰਦੇ percentage change in quantity demanded of X commodity divide by percentage change in price of Y commodity। ਸਮਝ ਗਏ? Y commodity ਦੀ ਪ੍ਰਾਈਸ ਦੇ ਵਿੱਚ ਚੇਂਜ ਹੋਣ ਦੇ ਨਾਲ ਕਿੰਨੇ ਪਰਸੈਂਟ ਕੁਆਂਟੀਟੀ ਡਿਮਾਂਡਡ ਦੇ ਵਿੱਚ ਚੇਂਜ ਆਇਆ of X commodity, that is called elasticity of, that is called cross elasticity। ਸਮਝ ਗਏ? ਇਹਦੀ ਪ੍ਰਾਈਸ ਘਟ ਗਈ, ਟੀ ਐਂਡ ਕਾਫੀ ਹੈ, ਇਹਦੀ ਪ੍ਰਾਈਸ ਘਟ ਗਈ, ਇਹਦੀ ਡਿਮਾਂਡ ਵੱਧ ਜੂਗੀ ਨਾ, ਪਰ ਇਹਦੀ ਤਾਂ ਡਿਮਾਂਡ ਘਟੂਗੀ ਨਾ ਉਹਦੇ ਨਾਲ। ਸਮਝ ਗਏ? ਜੇ ਆਪਾਂ ਕਹਿੰਦੇ ਇਹਦੀ ਪ੍ਰਾਈਸ ਵੱਧ ਗਈ ਤਾਂ ਇਹਦੀ ਡਿਮਾਂਡ ਕੀ ਹੋ ਜੂਗੀ? ਇਨਕਰੀਜ਼ ਹੋ ਜੂਗੀ। ਉਹੀ ਅਸੀਂ ਜਦੋਂ ਫਾਰਮੂਲੇ ਵਿੱਚ ਰਿਪਰੈਜ਼ੈਂਟ ਕਰਤਾ ਕਿ ਪਰਸੈਂਟੇਜ ਚੇਂਜ ਇਨ ਕੁਆਂਟੀਟੀ ਡਿਮਾਂਡਡ ਆਫ ਐਕਸ ਕਮੋਡਿਟੀ ਡਿਵਾਈਡ ਬਾਈ ਪਰਸੈਂਟੇਜ ਚੇਂਜ ਇਨ ਪ੍ਰਾਈਸ ਆਫ ਵਾਈ ਕਮੋਡਿਟੀ, ਦੈਟ ਇਜ਼ ਕਾਲਡ ਕ੍ਰਾਸ ਇਲਾਸਟਿਸਿਟੀ। ਗੱਲ ਸਮਝ ਗਏ? ਹੁਣ ਅਸੀਂ ਇਹਨਾਂ ਦੋਨਾਂ ਨੂੰ ਕਰ ਦਾਂਗੇ ਕੈਂਸਲ ਕਿਉਂਕਿ these are not in our syllabus। ਸਾਡੇ ਸਿਲੇਬਸ 'ਚ ਜੋ ਹੈ that is price elasticity of demand। ਇਸ ਕਰਕੇ ਚੈਪਟਰ ਦਾ ਨਾਮ ਕੀ ਹੈ? price elasticity of demand। ਚੈਪਟਰ ਦਾ ਨਾਮ ਇਹਨਾਂ ਨੇ elasticity of demand ਕਿਉਂ ਨਹੀਂ ਲਿਖਿਆ? ਕਿਉਂਕਿ ਤੁਹਾਡੇ ਸਿਲੇਬਸ 'ਚ ਹੀ ਇਕੱਲਾ price elasticity ਹੈ। ਸਮਝ ਗਏ? ਜੇ ਇਕੱਲਾ elasticity ਲਿਖ ਦਿੰਦੇ ਤਾਂ ਤਿੰਨੇ ਸਿਲੇਬਸ 'ਚ ਸੀ। ਸਾਰਿਆਂ ਨੂੰ ਇੱਥੋਂ ਤੱਕ ਕਲੀਅਰ ਹੋ ਗਿਆ ਜੀ? ਚਲਿਏ ਅੱਗੇ ਦੇਖੋ, ਚੈਪਟਰ ਸ਼ੁਰੂ ਹੋਣ ਤੋਂ ਪਹਿਲਾਂ ਖਤਮ ਹੋ ਜਾਂਦਾ ਹੈ, ਇਸ ਕਰਕੇ ਜਿੰਨਾ ਆਪਾਂ ਡਿਸਕਸ਼ਨ ਕਰ ਲਿਆ ਤੁਹਾਨੂੰ ਆਏ ਨਹੀਂ ਪਤਾ ਲੱਗਿਆ ਵੀ ਮੈਂ ਤੁਹਾਨੂੰ 5 ਪੇਜ ਪੜ੍ਹਾ ਚੁੱਕਿਆ, ਠੀਕ ਹੈ? ਬਸ ਨਹੀਂ ਹਜੇ ਚੈਪਟਰ ਆਪਾਂ ਨੂੰ ਪੂਰਾ ਘੰਟੇ ਦੇ ਵਿੱਚ ਚੈਪਟਰ ਖਤਮ ਹੋ ਜਾਂਦਾ ਹੀ ਅੱਜ ਦਾ ਦਿਨ ਇਹਦੇ ਵਾਸਤੇ ਰੱਖਿਆ ਸੀ। ਆਰਾਮ ਨਾਲ ਸੁਣਦੇ ਰਹੋ, ਠੀਕ ਹੈ? ਬਹੁਤ ਈਜ਼ੀ ਚੈਪਟਰ, ਅੱਜ ਹੀ ਕੰਪਲੀਟ ਕਰ ਦੋ, ਕੰਪਲੀਟ ਹੋ ਜਾਊਗਾ, ਸੌਖਾ ਹੀ ਹੋ ਜਾਊਗਾ। ਦੇਖੋ ਜੀ ਸਮਝ ਆ ਗਿਆ ਜੀ ਇੱਥੋਂ ਤੱਕ? ਯੈਸ ਸਰ। ਅੱਗੇ ਸੁਣੋ, ਹੁਣੇ ਆਪਾਂ ਇੱਕ ਫਾਰਮੂਲੇ ਦੀ ਡਿਸਕਸ਼ਨ ਕੀਤੀ। ਕਹਿੰਦੇ ਜੀ
elasticity of demand is equal to percentage change in Quantity demanded again upon percentage change in price. ठीक है divide by percentage Change in price. change in price समझ गए percentage change in price ਹੁਣ ਦੇਖੋ ਜੀ ਸਾਰੇ ਜਾਣੇ ਆਪਣਾ ਇੱਕ ਕਨਸੈਪਟ ਧਿਆਨ ਨਾਲ ਸੁਣੋਗੇ ਆਪਾਂ ਚੇਂਜ ਜਦੋਂ ਦੇਖਿਆ ਜਾਂਦਾ ਹੈ ਨਾ ਤਾਂ ਉਹਦੀ ਪਾਸਟ ਸਿਚੁਏਸ਼ਨ ਤੋਂ ਦੇਖਿਆ ਜਾਂਦਾ ਹੈ ਠੀਕ ਹੈ ਮੈਂ ਕਹਾਂ ਮੇਰੇ ਪਹਿਲੇ ਟੈਸਟ ਚੋਂ 10 ਚੋਂ 8 ਨੰਬਰ ਆਏ ਠੀਕ ਹੈ ਦੂਜੀ ਵਾਰੀ ਮੈਂ ਸੇਮ ਉਸੇ ਚੈਪਟਰ ਦਾ ਟੈਸਟ ਲਿਆ ਔਰ ਮੇਰੇ 10 ਚੋਂ 9.5 ਨੰਬਰ ਆਏ ਹੁਣ 10 ਤਾਂ ਹੋ ਗਏ ਖਤਮ ਕਿਉਂਕਿ ਚੈਪਟਰ ਸੇਮ ਹੈ ਨੰਬਰ ਵਧੇ ਕਿੰਨੇ 1.5 ਨੰਬਰ ਕਿੰਨੇ ਵਧੇ 1.5 ਪਹਿਲਾਂ ਕਿੰਨੇ ਸੀ 8 ਉਹਦੇ ਕੰਪੈਰੀਟਿਵਲੀ ਕਿੰਨੇ ਵਧ ਗਏ 1.5 ਗੱਲ ਸਮਝ ਗਏ ਕਿੰਨੇ ਪਰਸੈਂਟ ਵਧੇ ਆਪਾਂ ਪਹਿਲਾਂ ਵਾਲੇ ਦੇ ਹਿਸਾਬ ਨਾਲ ਕੰਸੀਡਰ ਕਰਦੇ ਹਾਂ ਸਮਝ ਗਏ ਗੱਲ ਪਹਿਲਾਂ ਮੇਰੇ ਇੰਨੇ ਸੀ ਹੁਣ ਮੇਰੇ ਇੰਨੇ ਪਰਸੈਂਟ ਵਧ ਗਏ ਇੰਨੇ ਪਰਸੈਂਟ ਵਧ ਗਏ ਆਪਾਂ ਕਿਵੇਂ ਕਾਊਂਟ ਕਰਾਂਗੇ ਕਿੱਥੋਂ ਕਾਊਂਟ ਕਰਾਂਗੇ ਪਾਸਟ ਤੋਂ ਸਮਝ ਗਏ ਗੱਲ ਇਸ ਕਰਕੇ ਹਮੇਸ਼ਾ ਆਪਾਂ ਕੰਪੈਰੀਜ਼ਨ ਕਿਹਦੇ ਨਾਲ ਕਰਦੇ ਆ ਪਰਸੈਂਟੇਜ ਕੱਢਦੇ ਓਰੀਜਨਲ ਵਾਲੀ ਵੈਲਿਊ ਤੋਂ ਸਮਝ ਗਏ ਗੱਲ ਤਾਂ ਹੁਣ ਸਾਰੇ ਜਾਣੇ ਧਿਆਨ ਨਾਲ ਦੇਖੋ मान लो जी अपने को प्राइस है 10 ठीक है उस तो बाद कहते जी प्राइस है ना ਉਹਨੂੰ P1 ਕਹਾਂਗੇ ਆਪਾਂ ਇਹਨੂੰ ਕੀ ਕਹਾਂਗੇ ਆਪਾਂ P1 ਇਹ ਆਪਣੀ P ਹੈ ਸਮਝ ਗਏ ਪ੍ਰਾਈਸ 10 ਤੋਂ ਵੱਧ ਕੇ 12 ਠੀਕ ਹੈ ਹੁਣ ਆਪਾਂ ਜੇ ਬਦਲੇ ਦੇ ਵਿੱਚ ਡਿਮਾਂਡ ਦੀ ਗੱਲ ਕਰੀਏ ਡਿਮਾਂਡ ਦਾ ਮਤਲਬ ਕੀ ਹੈ ਕੁਆਂਟੀਟੀ डिमांड का की मतलब क्वांटिटी ਇਹਨੂੰ ਮੈਂ ओरिजिनल ਕਿਉਂ ਕਹਿ ਦੂੰਗਾ ਇਹ ਜੀ ਘਟ ਕੇ 50 ਤੋਂ ਘਟ ਕੇ 40 ਹੋ ਗਈ ਇਹਨੂੰ ਮੈਂ ਕਹੂੰਗਾ ਕਿਉਂ ਇਹ ਸਾਡੀ ਨਵੀਂ ਡਿਮਾਂਡ ਹੈ ਡਿਊ ਟੂ ਚੇਂਜ ਇਨ ਪ੍ਰਾਈਸ ਜਿਹੜੀ ਕੁਆਂਟੀਟੀ ਡਿਮਾਂਡਡ ਹੈ ਉਹ ਵੀ ਚੇਂਜ ਹੋ ਸਮਝ ਗਏ ਹੁਣ ਅਸੀਂ ਇਹ ਦੇਖਾਂਗੇ ਕਿ ਚੇਂਜ ਕਿੰਨਾ ਆਇਆ ਕਿਉਂਕਿ ਪਰਸੈਂਟੇਜ ਚੇਂਜ ਦੇਖਣਾ ਹੈ ਫਾਰਮੂਲਾ ਆਪਣਾ ਆਹ ਹੈ ਨਾ ਕਿ ਜਿਹੜਾ ਹੁਣ ਅੱਗੇ ਡਰਾਈਵ ਹੋਊਗਾ ਉਹ ਇਹ ਤੋਂ ਬਣਿਆ ਉਹ ਬਣੂ ਕਿਵੇਂ ਉਹ ਦੱਸ ਰਿਹਾ ਮੈਂ ਤੁਹਾਨੂੰ ਪਰਸੈਂਟੇਜ ਕਿਵੇਂ ਨਿਕਲਦੀ ਹੈ ਜਿੰਨਾ ਚੇਂਜ ਆਇਆ ਕਿੰਨਾ ਚੇਂਜ ਆਇਆ 2 ਜਿਹੜਾ ਇਹ ਚੇਂਜ ਆਇਆ ਨਾ ਮੈਂ ਇਹਨੂੰ ਡੈਲਟਾ ਪੀ ਕਹੂੰਗਾ ਕੀ ਕਹੂੰਗਾ ਜੀ ਡੈਲਟਾ ਪੀ ਕਿਉਂਕਿ ਚੇਂਜ ਡੈਲਟਾ ਕਿਹਨੂੰ ਡਿਨੋਟ ਕਰਦਾ ਹੈ ਜੀ ਚੇਂਜ ਸਮਝ ਗਏ ਗੱਲ ਡੈਲਟਾ ਕਿਹਨੂੰ ਡੋਨੇਟ ਕਰਦਾ ਹੈ चेंज डेल्टा पी आगे फिर पी के लिए लिखना है पी वन लिखना है डेल्टा पी समझ गए क्यू तो क्यू वन आए थे इन्हों की कहूंगा जी डेल्टा क्यू क्या होगा डेल्टा क्यू फार्मूले ਦਾ फार्मूला ਕੀ ਹੈ Q1 माइनस ਇੱਥੇ ਤਾਂ ਹੈਗਾ ਜੀ P1 माइनस P P1 माइनस P ਉਰੇ ਕੀ ਹੈ Q1 माइनस Q1 माइनस Q ਹੁਣ ਇਹ ਫਾਰਮੂਲਾ ਸੇਮ ਰਹੂਗਾ ਹਰ ਵਾਰੀ ਇਹ ਨਹੀਂ ਹੈ ਮੰਨ ਲਓ ਰੇ ਪ੍ਰਾਈਸ 8 ਹੋ ਗਈ ਤੁਸੀਂ ਕਹੋਗੇ P ਚੋਂ P1 ਘਟਾ ਦਿਓ ਸਮਝ ਗਏ ਗੱਲ P ਚੋਂ P1 ਨਹੀਂ ਘਟਾਉਣਾ ਤੁਸੀਂ ਕੀ ਕਰੋਗੇ P1 ਚੋਂ ਹੀ P ਘਟਾਓਗੇ ਚਾਹੇ ਉਹ ਨੈਗੇਟਿਵ ਚੱਲੇ ਕੋਈ ਮਤਲਬ ਨਹੀਂ ਸਰ ਗੱਲ ਸਮਝ ਗਏ ਬਈ ਹੁਣ ਮੇਰੀ ਗਲਤੀਆਂ ਨਾ ਸੁਣੋ ਮੈਂ ਚੇਂਜ ਦੇਖਣਾ ਨੋ ਡਾਊਟ ਮੈਂ ਚੇਂਜ ਦੇਖੂੰਗਾ ਪਿਛਲੇ ਦੇ ਕੰਪੈਰੀਟਿਵਲੀ ਜਦੋਂ ਪਰਸੈਂਟੇਜ ਕੱਢੂੰਗਾ ਸਮਝ ਗਏ ਗੱਲ ਕਿ ਮੇਰੇ ਪਹਿਲਾਂ ਨਾਲੋਂ ਕਿੰਨੇ ਵਧੇ ਆ ਪਰ ਜਦੋਂ ਮੈਂ ਐਕਚੁਅਲ ਦੇ ਵਿੱਚ ਐਕਚੁਅਲ ਵੈਲਿਊਜ਼ ਦੇ ਵਿੱਚ ਚੇਂਜ ਦੇਖੂੰਗਾ ਉਹ ਤਾਂ ਮੈਂ ਹੁਣ ਵਾਲੀ ਦਾ ਹੀ ਦੇਖੂੰਗਾ ਨਾ ਮੇਰੇ ਹੁਣ ਇੰਨੇ ਆਏ ਪਹਿਲਾਂ ਇੰਨੇ ਆਏ ਸੀ ਕਿੰਨੇ ਵਧ ਗਏ ਸਮਝ ਗਏ ਗੱਲ ਉਹ ਤਾਂ ਹੁਣ ਵਾਲੀ ਨਾਲ ਹੀ ਦੇਖਾਂਗੇ ਨਾ ਇਸ ਕਰਕੇ ਧਿਆਨ ਨਾਲ ਸਾਰਿਆਂ ਨੇ ਦੇਖਣਾ ਕਿ ਜਿਹੜਾ P1 ਹੈ ਜਿਹੜਾ P1 ਹੈ ਇਹ ਚੋਂ ਕੀ ਘਟਾਇਆ ਸੀ P ਘਟਾਉਣਾ ਸਾਰਿਆਂ ਨੂੰ ਕਲੀਅਰ ਹੋ ਗਿਆ ਹੁਣ ਅੱਗੇ ਧਿਆਨ ਨਾਲ ਸੁਣਨਾ ਆਪਾਂ देखो जी परसेंटेज चेंज इन क्वांटिटी डिमांडेड करनी है ठीक है तो मैं कहूँगा डेल्टा क्यू इन्ना का साढ़े चेंज आया किधे कंपैरेटिवली आया क्यू दे किधे कंपैरेटिवली आया क्यू दे क्योंकि ਅਸੀਂ ओरिजिनल क्वांटिटी ਦੇ कंपैरेटिवली देखांगे कितना चेंज आया समझ गए गल अब तो बाद डिवाइड बाय परसेंटेज चेंज इन प्राइस डेल्टा अपॉन पी समझ गए ਜਦੋਂ ਮੈਥ 'ਚ ਕੋਈ ਇਦਾਂ ਚੀਜ਼ ਬਣ ਜੇ ਆ ਵੱਡੀ ਵੈਸੇ ਯਾਨੀ ਕਿ ਇੱਕ ਛੋਟਾ ਵੱਡੇ ਹੋ ਗਿਆ ਉਸ ਤੋਂ ਬਾਅਦ ਇੱਕ ਵੱਡਾ ਵੱਡੇ ਹੋ ਗਿਆ ਇਹ ਛੋਟਾ ਵੱਡੇ ਹੋ ਗਿਆ ਫਿਰ
समझ गए ਜਿਹੜਾ ਵੱਡੇ ਤੋਂ ਥੱਲੇ ਹੁੰਦਾ ਨਾ ਉਹ ਵੈਲਿਊਜ਼ ਉਲਟ ਜਾਂਦੀਆਂ ਠੀਕ ਹੈ ਗੱਲ ਹਾਂ ਬਿਲਕੁਲ ਡੈਲਟਾ ਕਿਊ ਅਪੋਨ ਕਿਊ ਮਲਟੀਪਲਾਈ ਪੀ ਅਪੋਨ ਡੈਲਟਾ ਗੱਲ ਸਮਝ ਗਏ ਇਹ ਬਣ ਗਿਆ ਨਾ ਹੁਣ ਆਪਣੇ ਕੋਲ ਤਾਂ ਹੁਣ ਇਹ ਆਪਣਾ ਫਾਰਮੂਲਾ ਹੈ ਜੋ ਦੇ ਵਿੱਚ ਕਿਹਦਾ ਇਲਾਸਟਿਸਿਟੀ ਆਫ ਡਿਮਾਂਡ ਪਰ ਇਹ ਫਾਰਮੂਲਾ ਗਲਤ ਹੈ ਕਿਉਂਕਿ ਤੁਸੀਂ ਇੱਥੇ ਨੈਗੇਟਿਵ ਨਹੀਂ ਸਮਝ ਗਏ ਗੱਲ ਐਕਚੁਅਲ ਜੋ ਫਾਰਮੂਲਾ ਸਾਡਾ ਆਵਲਾ ਜਿਹੜਾ ਹੈਗਾ ਇਹ ਐਕਚੁਅਲ ਫਾਰਮੂਲਾ ਹੈ ਡੈਲਟਾ ਕਿਊ ਅਪੋਨ ਕਿਊ ਇਨਟੂ ਪੀ ਅਪੋਨ ਡੈਲਟਾ ਗੱਲ ਸਮਝ ਗਏ ਔਰ ਮੂਰੇ ਆਪਾਂ ਕੀ ਲਗਾਤਾ ਜੀ ਨੈਗੇਟਿਵ ਇਲਾਸਟਿਸਿਟੀ ਆਫ ਡਿਮਾਂਡ ਦਾ ਆਨਸਰ ਇਹ ਫਾਰਮੂਲਾ ਕਿਉਂ ਕਰਵਾਇਆ ਗਿਆ ਹੈ ਪੇਪਰ ਦੇ ਵਿੱਚ ਜੀ ਨੂਮੈਰੀਕਲ ਆਉਣਗੇ ਠੀਕ ਹੈ ਗੱਲ ਨੂਮੈਰੀਕਲ ਆਉਣਗੇ ਸਾਨੂੰ ਇਸ ਫਾਰਮੂਲਾ ਬੇਸਡ ਥੋੜੀ ਦੇਰ 'ਚ ਹੀ ਆਪਾਂ ਜਦੋਂ ਚੈਪਟਰ ਸਾਰਾ ਕੰਪਲੀਟ ਕਰ ਲਿਆ ਆਈ ਵਿਲ ਐਕਸਪਲੇਨ ਟੂ ਆਲ ਆਫ ਯੂ ਦ ਨੂਮੈਰੀਕਲਸ ਕਲੀਅਰ ਹੋ ਗਿਆ ਸਭ ਨੂੰ ਠੀਕ ਹੈ ਜੀ ਇੱਥੋਂ ਤੱਕ ਕਲੀਅਰ ਹੋ ਗਿਆ ਅਗਲੇ ਕਨਸੈਪਟ ਸੁਣ ਫਾਰਮੂਲਾ ਸਾਰਿਆਂ ਨੂੰ ਕਲੀਅਰ ਹੋ ਗਿਆ ਨਾ ਠੀਕ ਹੈ ਥੋੜੀ ਦੇਰ 'ਚ ਆਪਾਂ ਫਾਰਮੂਲਾ ਮੈਂ ਤੁਹਾਡੇ ਤੋਂ ਸੁਣੂਗਾ ਉਦੋਂ ਮੈਨੂੰ ਤੁਸੀਂ ਦੱਸਣਾ ਠੀਕ ਹੈ ਤਾਂ ਇੱਥੋਂ ਤੱਕ ਅਗਰ ਸਭ ਨੂੰ ਕਲੀਅਰ ਹੈ ਤਾਂ ਹੁਣ ਆਪਾਂ ਇਹਦੀਆਂ ਡਿਗਰੀਜ਼ ਕਰੀਏ ਠੀਕ ਹੈ ਜੀ ਦੇਖੋ ਜੀ ਜਿਹੜੀ ਇਲਾਸਟਿਸਿਟੀ ਆਫ ਡਿਮਾਂਡ ਹੈ ਇਲਾਸਟਿਸਿਟੀ ਆਫ ਡਿਮਾਂਡ ਹੈ ਇਹਦੀਆਂ ਵੀ ਕੁਝ ਡਿਗਰੀਜ਼ ਹੁੰਦੀਆਂ ਡਿਗਰੀਜ਼ ਦਾ ਮਤਲਬ ਇਹ ਹੈ ਵੀ ਭਾਈ ਕੁਝ ਚੀਜ਼ਾਂ ਤਾਂ ਇਹੋ ਜਿਹੀਆਂ ਉਹਦੇ ਵਿੱਚ ਜਿੰਨਾ ਮਰਜ਼ੀ ਪ੍ਰਾਈਸ ਚੇਂਜ ਹੋਈ ਚੱਲੇ ਡਿਮਾਂਡ ਨਹੀਂ ਬਦਲਦੀ ਠੀਕ ਹੈ ਗੱਲ ਅਸੈਂਸ਼ੀਅਲ ਗੁੱਡਸ ਨੇ ਅਸੈਂਸ਼ੀਅਲ ਗੁੱਡਸ ਨੇ ਅਸੈਂਸ਼ੀਅਲ ਮਤਲਬ ਹੁੰਦਾ ਜਿਹੜੀਆਂ ਜ਼ਰੂਰੀ ਦੀਆਂ ਚੀਜ਼ਾਂ ਨੇ ਬਈ ਉਹਦੇ ਵਿੱਚ ਜਿੰਨਾ ਮਰਜ਼ੀ ਪ੍ਰਾਈਸ ਚੇਂਜ ਹੋਈ ਚੱਲੇ ਉਹਨੇ ਖਰੀਦਣੀ ਹੈ ਕਿਉਂਕਿ ਜੀਵਨ ਜਿਉਣ ਲਈ ਜ਼ਰੂਰੀ ਨੇ ਸਮਝ ਗਏ ਹੁਣ ਬਈ ਜਿਹੜੀਆਂ ਲਗਜ਼ਰੀ ਗੁੱਡਸ ਨੇ ਉਹਦੇ ਵਿੱਚ ਜੇ ਡਿਮਾਂਡ ਪ੍ਰਾਈਸ ਚੇਂਜ ਹੋਊਗਾ ਤਾਂ ਡੈਫੀਨਿਟਲੀ ਅਗਲਾ ਕਹੂਗਾ ਨਹੀਂ ਖਰੀਦਦੇ ਯਾਰ ਸਮਝ ਗਏ ਗੱਲ ਤਾਂ ਇਸ ਤਰੀਕੇ ਨਾਲ ਇੱਕ ਤਾਂ ਡਿਮਾਂਡ ਹੁੰਦੀ ਹੈ ਇਲਾਸਟਿਸਿਟੀ ਦੀ ਇਲਾਸਟਿਕ ਇਲਾਸਟਿਕ ਠੀਕ ਹੈ ਜੀ ਇਲਾਸਟਿਕ ਨੂੰ ਵੀ ਕੀ ਕਹੂੰਗਾ ਮੈਂ ਪਰਫੈਕਟਲੀ ਇਲਾਸਟਿਕ perfectly elastic second situation है perfectly inelastic perfectly inelastic एक है जी unitary elastic एक है more than unitary मैं सारे का मतलब दसूंगा थोड़ी देर च एक है जी less than unitary समझ गए ਲੈਸ ਦੈਨ ਯੂਨਿਟਰੀ ਤਾਂ ਸਾਰੇ ਜਣੇ ਇਹਨਾਂ ਦੇ ਡਾਇਗਰਾਮ ਨੂੰ ਕੋਈ ਵੀ ਬੱਚਾ ਕ੍ਰੈਮ ਨਹੀਂ ਕਰੂਗਾ ਪਹਿਲਾ ਇੰਪੋਰਟੈਂਟ ਸਮਝ ਗਏ ਕੋਈ ਵੀ ਬੱਚਾ ਡਾਇਗਰਾਮ ਨੂੰ ਕ੍ਰੈਮ ਨਹੀਂ ਕਰੂਗਾ ਆਪਾਂ ਇੱਥੇ ਹੀ ਬਣਾਉਣੀਆਂ ਸਿੱਖਾਂਗੇ ਸਮਝ ਗਏ ਦੇਖੋ ਜੀ ਪਰਫੈਕਟਲੀ ਇਲਾਸਟਿਕ ਦਾ ਇਹ ਮਤਲਬ ਹੈ ਥੋੜਾ ਜਿਹਾ ਪ੍ਰਾਈਸ 'ਚ ਬਦਲਾਅ ਹੋਇਆ ਡਿਮਾਂਡ ਬਹੁਤ ਜ਼ਿਆਦਾ ਵੱਧ ਗਈ ਜਾਂ ਬਹੁਤ ਜ਼ਿਆਦਾ ਘਟ ਗਈ प्राइस से जो बदलाव होया थोड़ी जी बढ़ी तो बहुत ज़्यादा डिमांड बढ़ गई थोड़ी जी प्राइस बढ़ी ना बहुत ज़्यादा डिमांड घट गई थोड़ी जी प्राइस घटी बहुत ज़्यादा डिमांड बढ़ गई तो जो बहुत ज़्यादा कोई डिमांड बढ़ जाती है इनफिनाइट का साइन क्या होता है इस तरह समझ गए इनफिनाइट डिमांड में चेंज आ जाए थोड़ी जी प्राइस चेंज होने नाल तो असीं उहनूं बोलांगे परफेक्टली इलास्टिक गल समझ गए उस डिमांड को की कहांगे जी परफेक्टली इलास्टिक ना परफेक्टली इलास्टिक का मतलब इलास्टिक वर्ड का मतलब सुनो इलास्टिक वो होंदा है जी जिन्होंने खिंच के बड़ा किया जा सकता यानी कि इत्थे इलास्टिक वर्ड ये शो कर रहा है चेंज इलास्टिक वर्ड की शो कर रहा है चेंज परफेक्टली इलास्टिक की शो कर रहा है कि थोड़ा सा चेंज होने डिमांड बहुत ज़्यादा बढ़ गई समझ गए गल तो ਇਹਦਾ मतलब कि दैट इज कॉल्ड परफेक्टली इलास्टिक परफेक्टली इनइलास्टिक ਜਿਹਦੇ ਵਿੱਚ ਕਹਿੰਦੇ ਡਿਮਾਂਡ ਵਿੱਚ ਚੇਂਜ ਨਹੀਂ ਹੁੰਦਾ ਚਾਹੇ ਪ੍ਰਾਈਸ ਕੀ ਹੈ ਵਧੀ ਚੱਲੇ ਡਿਮਾਂਡ ਰਿਮੇਨ ਸੇਮ ਗੱਲ ਸਮਝ ਗਏ ਸਾਰੇ ਜਣੇ ਫਿਰ ਉਹਦੇ ਬਾਅਦ ਯੂਨਿਟਰੀ ਇਲਾਸਟਿਕ ਕੀ ਹੁੰਦੀ ਹੈ ਇਹਦੇ ਵਿੱਚ ਤਾਂ ਇਲਾਸਟਿਸਿਟੀ ਆਫ ਡਿਮਾਂਡ ਕੀ ਹੈ ਇਨਫਿਨਾਈਟ ਇਸ ਕੇਸ ਚ ਇਲਾਸਟਿਸਿਟੀ ਆਫ ਡਿਮਾਂਡ ਕੀ ਹੈ
0 ਹੈ ਹੀ ਨਹੀਂ। ਸਰ ਤਾਂ ਇਹ ਕਾਂਸਟੈਂਟ ਹੀ ਰਹਿੰਦੀ ਹੈ 0। ਰਾਜੇ ਦੇਖੋ ਫਾਰਮੂਲਾ ਕੀ ਸੀ, ਪਰਸੈਂਟੇਜ ਚੇਂਜ ਇਨ ਕੁਆਂਟੀਟੀ ਡਿਮਾਂਡਡ ਡਿਵਾਈਡ ਬਾਈ ਪਰਸੈਂਟੇਜ ਚੇਂਜ ਇਨ ਪ੍ਰਾਈਸ। ਪ੍ਰਾਈਸ ਚ 100% ਚੇਂਜ ਹੋ ਗਿਆ ਪਰ ਡਿਮਾਂਡ ਰਿਮੇਨ 0%, ਤਾਂ 0 ਨਾਲ ਜਦੋਂ ਕੱਟਾਂਗੇ ਤਾਂ 0 ਹੀ ਆਊਗਾ। ਗੱਲ ਸਮਝ ਗਿਆ, ਤਾਂ ਕਰਕੇ 0 ਹੈ। ਠੀਕ ਹੈ ਜੀ, ਸਮਝ ਆਇਆ ਗੱਲ ਵੀ ਕਿਉਂ 0 ਆਇਆ। ਠੀਕ ਹੈ, ਹੁਣ ਮਾਰ ਸਾਡੇ ਛੋਟੇ ਸਾਰੇ ਸ਼ਾਰਟ ਕੁਐਸਚਨ ਬਣ ਗਏ ਜੀ। ਐਕਸਪਲੇਨ ਦਾ ਸਿਚੁਏਸ਼ਨ ਜਦੋਂ ਇਲਾਸਟਿਸਿਟੀ ਆਫ ਡਿਮਾਂਡ 0 ਹੈ ਤਾਂ ਕਿਹੜਾ ਐਕਸਪਲੇਨ ਕਰੋਗੇ, ਪਰਫੈਕਟਲੀ ਇਲਾਸਟਿਕ। ਇਹਦੀ ਡਾਇਗਰਾਮ ਬਣਾਓਗੇ ਪੇਪਰ 'ਚ। ਠੀਕ ਹੈ ਗੱਲ, ਜੇ ਤੁਹਾਨੂੰ ਕਹਤਾ ਹੈ ਇਨਫਾਈਨਾਈਟ ਵਾਲਾ ਕੇਸ ਐਕਸਪਲੇਨ ਕਰੋ ਤਾਂ ਇਲਾਸਟਿਸਿਟੀ परफेक्ट है वो एक्सप्लेन करो। समझ आ गई गल। अगला यूनिटरी इलास्टिक की होगा, यूनिट की होता है 1, यूनिट की होता है जी 1। तो इलास्टिसिटी ऑफ डिमांड जिथे 1 है ਉਹਨੂੰ ਅਸੀਂ ਕੀ ਕਹਾਂਗੇ, यूनिटरी इलास्टिक। समझ गए। इलास्टिसिटी ऑफ डिमांड जिथे मोर देन 1 है ਉਹਨੂੰ मोर देन यूनिटरी कहांगे। इलास्टिसिटी ऑफ डिमांड जिथे लेस देन 1 है ਉਹਨੂੰ ਕੀ ਕਹਾਂਗੇ ਜੀ, लेस देन। आ साइंस ਤਾਂ ਨਹੀਂ ਕੋਈ ਬੱਚਾ ਕੰਫਿਊਜ਼ ਹੁੰਦਾ ਕੀ ਗੱਲ ਹੈ, ਜਿਹੜੇ ਪਾਸੇ ਮੂੰਹ ਖੁੱਲਾ ਉਹ ਵੱਡਾ ਹੈ। ਸਮਝ ਕੇ ਗੱਲ ਕਲੀਅਰ ਹੋ ਗਿਆ ਸਭ ਨੂੰ। ਆ ਪੰਜੇ ਸਿਚੁਏਸ਼ਨਸ ਕਲੀਅਰ ਹੋ ਗਈਆਂ। ਹੁਣ ਆਪਾਂ ਇਹਨੂੰ ਡਾਇਗਰਾਮੈਟਿਕਲੀ ਐਕਸਪਲੇਨ ਕਰ ਦਈਏ। ਚਲੋ ਅੱਧੂ ਪਹਿਲਾਂ ਮੋਰ ਦੈਨ ਯੂਨਿਟਰੀ ਦਾ ਮਤਲਬ ਕੀ ਹੈ, ਉੱਪਰ ਵਾਲੀ ਵੈਲਿਊ ਵੱਡੀ नीचे वाली वैल्यू छोटी। समझ गए, ऊपर वाली वैल्यू बड़ी नीचे वाली वैल्यू छोटी। जे मैं नीचे 50% लिखना है तो ऊपर भी 50% है तो मैं इस सिचुएशन को कट के 1 लिख दूंगा। 50% चेंज इन प्राइस लीड्स टू 50% चेंज इन क्वांटिटी डिमांड। समझ गए, तो दिस इज कॉल्ड यूनिटरी इलास्टिक। जे मैं कहता 50% चेंज इन प्राइस लीड्स टू 100% चेंज इन क्वांटिटी डिमांडेड, तो 2 आ गया मोर देन यूनिटरी। अगर मैं कहता 50% चेंज इन प्राइस लीड्स टू 25% चेंज इन क्वांटिटी डिमांडेड, तो हाफ आ गया, तो दिस इज लेस देन यूनिटरी। समझ आ गया। ठीक है, डायग्राम तो अद्दू भी सौखी है, ये पल्ले पै गया था कहानी ओके हो गई। समझ आ गई गल सारा तार नहीं एक बैठे ही बस तार लो। देखो सब तो पहली डायग्राम है परफेक्टली इलास्टिक। परफेक्टली इलास्टिक अपनी डायग्राम बनोगी होगी। मैं तो ये क्या जी, प्राइस थोड़ा जा चेंज होने नाल क्वांटिटी बहुत ज़्यादा बढ़ती जा रही है। प्राइस का जो थोड़ा जा चेंज है जी वो इन्ना थोड़ा है कि वो दिखता भी नहीं। समझ गए, इस करके तुसी ਉਹਨੂੰ ਇੱਥੇ रिप्रेजेंट नहीं कर रहे, तुसी ਉਹਨੂੰ ਇੱਥੇ रिप्रेजेंट नहीं कर रहे। तुसी की रिप्रेजेंट करोगे कि प्राइस है जी उधर कांस्टेंट ही है। समझ गए गल, प्राइस की साडी कांस्टेंट ही है क्योंकि थोड़ा चेंज इन्ना थोड़ा कि दिख नहीं रहा। और इत्थे की लगा दोगे एक एरो। एरो क्यों लगाया कि प्राइस है जी वो है सेम है। समझ गए गल। हूँ प्राइस सेम का मतलब कि थोड़ा जा स्लाइट चेंज हो रहा बिल्कुल। डिमांड देखो पहला डिमांड इन्नी सी क्यों बनी, हूँ डिमांड इन्नी होगी क्यों बनी, हूँ फिर डिमांड इन्नी होगी क्यों की। ये अगे जिन्नी मर्जी बनी चले। समझ गए गल, अगे जिन्नी मर्जी बनी चले। देखो ਜਦੋਂ कोई भी चीज़ इधर ਨੂੰ 0 ਵੱਲ ਨੂੰ ਜਾਂਦੀ ਹੈ ਨਾ ਉਹਦਾ ਮਤਲਬ ਕੀ ਹੁੰਦਾ ਘਟਣਾ, ਜਦੋਂ ਇੱਧਰ ਨੂੰ ਜਾਂਦੀ ਹੈ ਨਾ ਉਹਦਾ ਮਤਲਬ ਕੀ ਹੁੰਦਾ ਵਧਣਾ। ਤਾਂ ਹੁਣ ਇਹ ਇਨਕਰੀਜ਼ ਹੋ ਰਹੀ ਹੈ डिमांड ਦਾ ਇਨਕਰੀਜ਼ ਹੋ ਰਹੀ ਹੈ ਪਰ ਪ੍ਰਾਈਸ 'ਚ ਕੋਈ ਵੀ ਚੇਂਜ ਨਹੀਂ ਆ ਰਿਹਾ। ਦਿਸ ਇਜ਼ ਕਾਲਡ ਪਰਫੈਕਟਲੀ ਇਲਾਸਟਿਕ ਡਿਮਾਂਡ। ਠੀਕ, ਸਾਰਿਆਂ ਨੂੰ ਕਲੀਅਰ ਹੋ ਗਿਆ। ਠੀਕ ਹੈ ਗੱਲ। ਦਿਸ ਇਜ਼ ਦਾ ਇਲਾਸਟਿਸਿਟੀ ਆਫ ਡਿਮਾਂਡ ਐਂਡ ਇੱਥੇ ਇਲਾਸਟਿਸਿਟੀ ਆਫ ਡਿਮਾਂਡ ਕਿੰਨੀ ਹੋਊਗੀ, ਇਨਫਾਈਨਾਈਟ। क्लियर है सब। अगे देखो परफेक्टली जिहड़ी जे ਆਪਾਂ ਇਹ ਡਾਇਗਰਾਮ ਬਣਾਉਣੀ ਹੈ ਇਹਨਾਂ ਕੋ ਮਾਈਨਸ ਚ ਉਹ ਲੋਸ ਵੀ ਲਿਖ ਸਕਦੇ ਲੈਫਟ ਚ ਜੋ ਤੁਸੀਂ ਮੋਰ ਲੈ ਕੇ ਗਏ ਕੁਆਂਟੀਟੀ ਮੋਰ ਦੇ ਵਿੱਚ ਲਿਖਣੀ ਹੈ ਆਪਾਂ। तो डायग्राम में बनाओगे
स्टार्ट करके तुम ਉਹ ਟੇਢੀ ਉਹ ਪਤਾ ਕੀ ਹੈ, ਉਹ ਆਈ ਬਣ ਜੂਗੀ ਡਾਇਗਰਾਮ। ਸਮਝਿਆ ਗੱਲ? ਉਹ ਨਹੀਂ ਬਣਾਉਣੀ ਆਪਾਂ, ਠੀਕ ਹੈ ਗੱਲ? ਆਪਾਂ ਕੁਆਡਰੈਂਟਸ ਨਹੀਂ ਬਦਲਨੇ ਯਾਰ, ਕੁਆਡਰੈਂਟਸ ਨਹੀਂ ਬਦਲਨੇ, ਠੀਕ ਹੈ? ਤਾਂ ਹੀ ਮੈਂ ਤੁਹਾਨੂੰ ਇਹ ਡਾਇਗਰਾਮ ਮੈਂ ਬਣਵਾਈ ਹੈ, ਨਹੀਂ ਤਾਂ ਪੱਕੀ ਵੀ ਬਣਾ ਸਕਦੇ माइनस एक्स के वाई का कोऑर्डिनेट ਨਹੀਂ। ਆ ਫਿਰ ਉਹੀ ਗੱਲ ਹੈ ਨਾ, ਬਣਾਉਣੇ ਨਹੀਂ ਆਪਾਂ, ਠੀਕ ਹੈ ਗੱਲ? ਤੁਸੀਂ ਇਹਨੂੰ ਐਵੇਂ ਹੀ ਸਿੱਖਣਾ ਹੈ ਬਸ। ਐਕਚੁਅਲ ਦੇ ਵਿੱਚ ਨਾ ਇਹ ਸੈਲਫ ਐਕਸਪਲੇਨੇਟਰੀ ਡਾਇਗਰਾਮ ਹੀ ਹੈ, ਠੀਕ ਹੈ ਗੱਲ? ਸੈਲਫ ਐਕਸਪਲੇਨੇਟਰੀ ਦਾ ਇਹ ਮਤਲਬ ਹੈ ਕਿ ਥੋੜਾ ਜਿਹਾ ਪ੍ਰਾਈਸ ਚੇਂਜ ਹੋਣ ਨਾਲ ਡਿਮਾਂਡ ਬਹੁਤ ਜ਼ਿਆਦਾ ਵੱਧ ਗਈ ਜਾਂ ਘਟ ਗਈ, ਪਰ ਹੁਣ ਇੱਥੇ ਘਟ ਗਈ ਤਾਂ ਰਿਪਰੈਜ਼ੈਂਟ ਨਹੀਂ ਹੋ ਸਕਦੀ ਨਾ। ਘਟ ਗਈ ਤਾਂ ਮੈਂ ਇਹ ਕਹਿ ਸਕਦਾ ਕਿ ਪ੍ਰਾਈਸ ਦਾ ਕੁਝ ਚੇਂਜ ਹੋ ਨਹੀਂ ਰਿਹਾ, ਪਹਿਲਾਂ ਇੱਥੋਂ ਤੋਂ ਇੱਥੇ ਹੋ ਗਈ, ਫਿਰ ਇੱਥੋਂ ਤੋਂ ਇੱਥੇ ਹੋ ਗਈ। ਸਮਝ ਗਏ ਗੱਲ? ਘਟ ਗਈ ਆਪਾਂ ਇਹਨੂੰ ਕਹਿ ਸਕਦੇ ਹਾਂ, ਪਰ ਤੁਸੀਂ ਰਿਪਰੈਜ਼ੈਂਟ ਕਰਕੇ ਲੈਣਾ ਦੇਣਾ ਕੀ ਹੈ, ਬਸ ਤੁਸੀਂ ਇੱਦਾਂ ਕਰੋ, ਠੀਕ ਹੈ ਗੱਲ? ਸਮਝਣਾ ਜਿਹੜਾ ਆਪਾਂ ਉਹਨੂੰ ਸਮਝ ਲਓ, ਜਿਵੇਂ ਮਰਜ਼ੀ ਸਮਝ ਲਓ, ਕੋਈ ਇਸ਼ੂ ਨਹੀਂ, ਠੀਕ ਹੈ? ਸਰ ਜਿਵੇਂ ਤੁਸੀਂ ਸਰ ਕਹਿੰਦੇ ਵੀ ਹਨਾ ਇੱਥੇ ਇਨਫਾਈਨਾਈਟ ਡਿਮਾਂਡ ਚੇਂਜ ਆ ਗਈ, ਵੀ ਹੁਣ ਪੇਪਰ ਤੇ ਲਿਖ ਆ ਗਿਆ ਵੀ ਹਨਾ ਐਕਸਪਲੇਨ ਕਰੋ ਕਿਵੇਂ ਆ ਗਿਆ। ਆਈ ਨਹੀਂ ਹੁੰਦਾ, फॉर्मूले ਪੁੱਛ ਨਹੀਂ ਸਕਦੇ ਉਹ ਇਨਫਰਾਈਟ ਦਾ ਕੀ ਰੀਜ਼ਨ ਹੈ, ਕੋਈ ਰੀਜ਼ਨ ਨਹੀਂ, ਠੀਕ ਹੈ? ਹੁਣ ਦੇਖੋ ਜੀ, ਪਰਫੈਕਟਲੀ ਇਨਇਲਾਸਟਿਕ, ਪਰਫੈਕਟਲੀ ਇਨਇਲਾਸਟਿਕ ਹੈ ਜਿਹੜੀ, ਉਹਦੀ ਡਾਇਗਰਾਮ ਆਪਣੇ ਕੋਲ ਕੀ ਬਣੂਗੀ? ਡਿਮਾਂਡ 'ਚ ਕੋਈ ਚੇਂਜ ਨਹੀਂ ਹੋ ਰਿਹਾ, ਡਿਮਾਂਡ 'ਚ ਕੋਈ ਚੇਂਜ ਨਹੀਂ ਹੋ ਰਿਹਾ, ਪ੍ਰਾਈਸ 'ਚ ਚੇਂਜ ਹੋ ਰਿਹਾ ਹੈ। ਤਾਂ ਦੇਖਿਓ ਡਿਮਾਂਡ ਤਾਂ ਜੀ ਕਿਉਂ ਹੀ ਹੈ, ਡਿਮਾਂਡ ਤਾਂ ਕੀ ਹੈ? ਕਿਉਂ। ਪ੍ਰਾਈਸ ਪਹਿਲਾਂ ਆ ਸੀ, ਫਿਰ ਆ ਹੋ ਗਈ, ਫਿਰ ਆ ਹੋ ਗਈ। ਗੱਲ ਸਮਝ ਗਏ? ਪ੍ਰਾਈਸ 'ਚ ਤਾਂ ਚੇਂਜ ਹੋ ਰਹੇ ਨੇ, ਪਰ ਡਿਮਾਂਡ ਇਜ਼ ਇਨਇਲਾਸਟਿਕ। ਤਾਂ ਇੱਥੇ ਇਲਾਸਟਿਸਿਟੀ ਆਫ ਡਿਮਾਂਡ ਕੀ ਹੋਊਗੀ ਜੀ? ਸਮਝ ਆ ਗਈ ਗੱਲ? ਹੁਣ ਤੁਹਾਨੂੰ ਬੁੱਕ 'ਚ ਡਾਇਗਰਾਮਾਂ ਦਿਖਣ ਲੱਗ ਗਈਆਂ ਵੀ ਆਹ ਕਰ ਲਿਆ ਸੀ, ਸਮਝ ਗਏ ਗੱਲ? ਇਹ ਉੱਥੋਂ ਸ਼ੁਰੂ ਹੋਈ ਹੈ ਜੀ, ਕਲੀਅਰ ਹੋ ਗਿਆ? ਅਗਲਾ ਦੇਖੋ, ਯੂਨਿਟਰੀ ਇਲਾਸਟਿਕ, ਯੂਨਿਟਰੀ ਇਲਾਸਟਿਕ। ਹੁਣ ਤੁਹਾਨੂੰ ਮੈਂ ਫਰਕ ਦਿਖਾਉਂਗਾ, ਧਿਆਨ ਨਾਲ ਦੇਖਣਾ ਜੀ ਉਹਨੇ ਫਰਕ। ਵੀਡੀਓ ਪ੍ਰੋਪਰ ਆ ਰਹੀ ਹੈ ਨਾ? ਦੇਖਿਓ ਰਿਕੋ, ਆਈ ਤਾਂ ਨਹੀਂ ਕੱਟ ਰਹੀ ਹੈ ਇਧਰੋਂ। ਤਾਂ ਦੇਖੋ ਜੀ, ਪਹਿਲਾਂ ਤਾਂ ਆਪਣੇ ਕੋਲ ਦੇਖੋ ਪ੍ਰਾਈਸ ਇੰਨੀ ਸੀ, ਡਿਮਾਂਡ ਇੰਨੀ ਸੀ, ਠੀਕ ਹੈ ਜੀ? ਪ੍ਰਾਈਸ ਇਹ ਹੈ, ਡਿਮਾਂਡ ਇਹ ਹੈ, ਕੁਆਂਟੀਟੀ ਆ ਤੁਸੀਂ ਲਿਖ ਲਿਓ, ਠੀਕ ਹੈ? ਇੱਥੇ ਪ੍ਰਾਈਸ ਲਿਖਣਾ ਹੈ, ਉਹਨੇ ਕੁਆਂਟੀਟੀ ਲਿਖਣਾ ਹੈ, ਇੱਥੇ ਵੀ ਪ੍ਰਾਈਸ ਲਿਖਣਾ ਹੈ, ਉਹਨੇ ਕੁਆਂਟੀਟੀ ਲਿਖਣਾ ਹੈ। ਕਲੀਅਰ ਹੋ? ਦੇਖੋ ਜੀ, ਪ੍ਰਾਈਸ ਦੇ ਵਿੱਚ ਇੰਨਾ ਕੁ ਘਾਟਾ ਹੋਇਆ, ਪ੍ਰਾਈਸ ਦੇ ਵਿੱਚ ਇੰਨਾ ਕੁ ਘਾਟਾ ਹੋਇਆ, ਡਿਮਾਂਡ ਵੀ ਇੱਧਰੋਂ ਕਿੰਨੀ ਵੱਧ ਗਈ? ਉਨੀ ਵੱਧ ਗਈ। ਆਲਮੋਸਟ ਤੁਸੀਂ ਦੇਖੋ ਜਿਹੜਾ ਆਹ ਵਾਲਾ ਡਿਫਰੈਂਸ ਹੈ ਤੇ ਆਹ ਵਾਲਾ ਡਿਫਰੈਂਸ ਹੈ, ਆਪਸ 'ਚ ਬਰਾਬਰ ਨੇ। यस सर ਸਮਝ ਗਏ ਗੱਲ? ਜਿੰਨਾ ਕੁ ਪ੍ਰਾਈਸ 'ਚ ਡਿਕਰੀਮੈਂਟ ਹੋਇਆ, ਜਿੰਨਾ ਕੁ ਪ੍ਰਾਈਸ ਡਿਕਰੀਜ਼ ਹੋਇਆ, ਉਨੀ ਕੁ ਕੀ ਹੈ ਡਿਮਾਂਡ ਸਾਡੀ ਇਨਕਰੀਜ਼ ਹੋਈ। ਸਮਝ ਗਏ ਗੱਲ? ਜਿੰਨੇ % ਪ੍ਰਾਈਸ 'ਚ ਚੇਂਜ ਹੋਇਆ, ਉਨੇ % ਡਿਮਾਂਡ ਦੇ ਵਿੱਚ ਕੀ ਹੋ ਗਿਆ? ਇਨਕਰੀਮੈਂਟ। ਤਾਂ ਇਹ ਡਾਇਗਰਾਮ ਦੇਖੋ ਐਵੇਂ ਬਣਦਾ। This is called unitary elastic. Clear है जी सारा? This is called unitary elastic. More than unitary. More than unitary ਕਿਵੇਂ ਬਣੂਗੀ? ਜਦੋਂ ਪ੍ਰਾਈਸ ਥੱਲੇ 1 ਸੀ, ਡਿਮਾਂਡ 2 ਸੀ, ਇਹਦਾ ਇਹੀ ਮਤਲਬ ਹੈ। ਜਾਂ ਪ੍ਰਾਈਸ ਇੱਥੇ 1 ਹੈ, ਡਿਮਾਂਡ 1.5 ਹੈ ਉਰੇ। ਇਹ ਕਹਿ ਸਕਦਾ ਮੈਂ ਕਿ ਜਿੰਨਾ ਪ੍ਰਾਈਸ 'ਚ ਚੇਂਜ ਹੋਇਆ, ਉਸ ਤੋਂ ਜ਼ਿਆਦਾ ਕੁਆਂਟੀਟੀ 'ਚ ਚੇਂਜ ਹੋਇਆ। ਤਾਂ ਤੁਸੀਂ ਇੱਥੇ ਦੇਖੋ ਧਿਆਨ ਨਾਲ, ਉਰੇ ਕੀ ਆਊਗਾ ਜੀ? ਉਰੇ P ਤਾਂ ਆਪਣਾ ਕੋਲ ਇਸ ਤਰ੍ਹਾਂ ਸੀ, ਠੀਕ ਹੈ? ਪ੍ਰਾਈਸ ਦੇ ਵਿੱਚ ਤਾਂ ਚੇਂਜ ਹੋਇਆ ਇੰਨਾ, ਡਿਮਾਂਡ ਵਿੱਚ ਚੇਂਜ ਹੋ ਗਿਆ ਇੰਨਾ। ਸਮਝ ਆ ਗਈ ਗੱਲ? ਪ੍ਰਾਈਸ ਤਾਂ ਘੱਟ ਚੇਂਜ ਹੋਇਆ, ਡਿਮਾਂਡ ਦੇ ਵਿੱਚ ਜ਼ਿਆਦਾ ਚੇਂਜ ਹੋ ਗਿਆ, ਹਨਾ? ਤਾਂ ਦਿਸ ਇਜ਼ ਕਾਲਡ ਮੋਰ ਦੈਨ ਯੂਨਿਟਰੀ। ਹੁਣ ਸਾਫ਼ ਦਿਖਾਈ ਦੇ ਰਿਹਾ ਮੋਰ ਦੈਨ ਯੂਨਿਟਰੀ। ਤੁਸੀਂ ਵੀ ਪੇਪਰ 'ਚ ਇਦਾਂ ਸਾਫ਼ ਕਲੀਅਰ ਕੱਟ ਦਿਖਾਈ ਦੇਣਾ ਉੱਥੇ, ਠੀਕ ਹੈ? ਹੁਣ ਤੁਸੀਂ ਦੇਖੋ, ਉਹ ਡਾਇਗਰਾਮ ਥੋੜੀ ਜੀ ਐਵੇਂ ਜਿਹੀ ਬਣੀ ਸੀਗੀ, ਥੋੜੀ ਜੀ ਨਾ। ਦੇਖ ਮਤਲਬ ਤੁਸੀਂ ਦੇਖੋ, ਇੱਥੇ ਬੈਠੇ ਹੋ ਨਾ ਤੁਸੀਂ ਸਾਹਮਣੇ, ਤੁਸੀਂ ਦੇਖੋ ਕਿ ਇਹਨਾਂ ਦੋਨਾਂ ਡਾਇਗਰਾਮਸ ਦੇ ਵਿੱਚ ਕੁਝ ਫਰਕ ਨਜ਼ਰ ਆ ਰਿਹਾ ਹੈ? वोटे इक्वल सीगा ਨਹੀਂ, ਇਕੁਅਲ ਦਾ ਤਾਂ ਚਲੋ ਠੀਕ ਹੈ, ਫਰਕ ਨਜ਼ਰ ਆ ਰਿਹਾ ਹੈ। ਇਹ ਤਾਂ ਥੋੜੀ ਜਿਹੀ ਪੈਮੇਲੋਟ ਹੈ। वो एमएसी है ਹਾਂ, ਇਹ ਥੋੜੀ ਜਿਹੀ ਦੇਖੋ ਲੇਟ ਨਹੀਂ ਹੈ ਨਾ, ਫਲੈਟ ਟਾਈਪ ਦੀ ਹੈ ਨਾ?
ਇਹ ਥੋੜੀ ਜਿਹੀ ਖੜਵੀਂ ਲੱਗ ਰਹੀ ਹੈ, ਥੋੜੀ ਜਿਹੀ ਮੋਡਰੇਟ ਲੈਵਲ ਦੀ ਖੜਵੀਂ ਹੈ। ਸਮਝ ਕੇ ਗੱਲ? ਇੱਕ ਤਾਂ ਹੈਗਾ ਜੀ ਦੇਖੋ ਐਵੇਂ ਜੇ ਕਰਨਾ, ਇੱਕ ਹੁੰਦਾ ਐਵੇਂ ਕਰਨਾ, ਇੱਕ ਹੁੰਦਾ ਐਵੇਂ ਕਰਨਾ। ਐਵੇਂ ਕਰਨ ਵਾਲਾ ਆਪਾਂ ਕਰਨਾ। ਹਾਂ, ਜਿਹੜਾ ਐਵੇਂ ਕਰਨਾ ਉਹ ਆਪਾਂ ਇਹ ਕਰਨਾ ਹੈ। ਜਿਹੜੀ ਬਿਲਕੁਲ ਸਟੀਪ ਹੈ, ਸਟੀਪ ਮਤਲਬ ਫੜਵੀਂ, ਸਮਝ ਗਏ? ਜਿਹੜੀ ਖੜਵੀਂ ਹੈ ਉਹ ਆਪਾਂ ਦੇਖੋ। समझ गए? ਹੁਣ ਦੇਖੋ ਜੀ, ਠੀਕ ਹੈ? ਸਮਝ ਆ ਗਿਆ ਤਿੰਨਾਂ 'ਚ ਫਰਕ? ਹਾਂਜੀ ਸਰ। ਠੀਕ ਹੈ ਗੱਲ? ਆ ਤਾਂ ਮੋਡਰੇਟ ਲੈਵਲ ਦੀ ਖੜਵੀਂ ਹੈ, ਬਸ ਥੋੜੀ ਜਿਹੀ ਟੇਢੀ ਹੈ। ਇਹ ਜ਼ਿਆਦਾ ਖੜਵੀਂ ਹੈ, ਇਹ ਜ਼ਿਆਦਾ ਪੈਮੇ ਲੋਡ ਹੈ। ਇਹ ਸਟੀਪ ਹੈ, ਇਹ ਫਲੈਟ ਹੈ। ਸਮਝ ਗਏ ਗੱਲ? ਤਾਂ all these are the degrees of elasticity of demand। ਕਿ elasticity of demand ਦੇ ਵਿੱਚ ਥੋੜਾ ਜਿਹਾ ਚੇਂਜ ਹੋਣ ਨਾਲ ਸੇਮ ਵੀ ਰਹਿ ਸਕਦੀ ਹੈ, ਬਹੁਤ ਜ਼ਿਆਦਾ ਵੀ ਚੇਂਜ ਆ ਸਕਦਾ ਹੈ, ਬਰਾਬਰ ਵੀ ਆ ਸਕਦਾ ਹੈ, ਜ਼ਿਆਦਾ ਵੀ ਆ ਸਕਦਾ, ਥੋੜਾ ਜਿਹਾ ਘੱਟ ਵੀ ਆ ਸਕਦਾ ਹੈ। ਤਾਂ ਇਸ ਤਰੀਕੇ ਦੇ ਨਾਲ ਅਲੱਗ-ਅਲੱਗ ਤਰ੍ਹਾਂ ਦੀਆਂ ਡਿਗਰੀ ਦੇ ਚੇਂਜ ਦੇ ਡਿਗਰੀਜ਼ ਜਿਹੜੀਆਂ ਨੇ ਉਹ ਇੱਥੇ ਸਾਨੂੰ ਇਲਾਸਟਿਸਿਟੀ ਨੇ ਐਕਸਪਲੇਨ ਕਰਦੀ ਹੈ। ਗੱਲ ਸਮਝ ਗਏ? ਉਸ ਤੋਂ ਬਾਅਦ ਤੁਹਾਡੀ ਹੈਗੀ ਜੀ ਚੈਪਟਰ ਦੀ ਰੀਡਿੰਗ। ਲਾਸਟ ਟੌਪਿਕ ਚੈਪਟਰ ਦਾ ਦੇਖੋ ਜੀ। ਉਸ ਤੋਂ ਪਹਿਲਾਂ ਧਿਆਨ ਨਾਲ ਦੇਖੋ ਸਾਰੇ ਜਣੇ ਚੈਪਟਰ ਨੂੰ। ਇੱਕ ਤਾਂ ਜੀ ਆਪਾਂ ਸਭ ਤੋਂ ਪਹਿਲਾਂ ਕਨਸੈਪਟ ਆਫ ਇਲਾਸਟਿਸਿਟੀ ਆਫ ਡਿਮਾਂਡ ਐਕਸਪਲੇਨ ਕਰਤਾ, ਸਮਝ ਗਏ? ਸਭ ਤੋਂ ਪਹਿਲਾਂ ਆਪਾਂ ਇਹ ਐਕਸਪਲੇਨ ਕਰ ਲਿਆ। ਸੈਕਿੰਡ ਨੰਬਰ ਤੇ ਤੁਹਾਨੂੰ ਮੈਂ ਦੱਸਤਾ ਕਿ ਤਿੰਨ ਤਰ੍ਹਾਂ ਦੀ ਇਲਾਸਟਿਸਿਟੀ ਆਫ ਡਿਮਾਂਡ ਹੁੰਦੀ ਹੈ, ਪ੍ਰਾਈਸ ਇਲਾਸਟਿਸਿਟੀ, ਇਨਕਮ ਇਲਾਸਟਿਸਿਟੀ ਐਂਡ ਕ੍ਰਾਸ ਇਲਾਸਟਿਸਿਟੀ। ਇਹ ਵੀ ਡਿਸਕਸ ਹੋ ਗਿਆ, मीनिंग भी डिस्कस हो गया, फॉर्मूला भी डिस्कस हो गया, न्यूमेरिकल थोड़ी देर करते हैं। फिर उस तो बाद जी नैक्सट टॉपिक आ गया, कहते हैं दो क्रिटिकल क्वेश्चन ने। फस्ट क्वेश्चन है कि परसेंटेज चेंज ही क्यों कंसिडर होता है, दसता सी ना ये भी। उस तो बाद नैगेटिव साइन ही क्यों यूज होता है, ये भी दसता सी, समझ गए। फिर उस तो बाद जी आप स्लोप ऑफ डिमांड कर्व एंड इलास्टिसिटी ऑफ डिमांड करवाया सी, याद है? पौड़ियाँ बनिया सी पिछले चैप्टर च, बस ये पौड़ियाँ ही है, समझ गए। जे ਤੁਹਾਨੂੰ ਸਲੋਪ ਆਫ ਡਿਮਾਂਡ ਕਰਵ ਆ ਗਿਆ, ਜਦ ਇਲਾਸਟਿਸਿਟੀ ਆਫ ਡਿਮਾਂਡ ਕਰਵ ਆ ਗਿਆ, ਤਾਂ ਤੁਸੀਂ ਪੌੜੀਆਂ ਬਣਾ ਕੇ ਆਉਣੀਆਂ ਜਿਹੜੀਆਂ ਪਿਛਲੇ ਚੈਪਟਰ 'ਚ ਬਣਾ ਕੇ ਆਏ ਸੀ। ਸਮਝ ਗਏ ਗੱਲ? ਉਹੀ ਸੇਮ ਟੌਪਿਕ ਹੈ, ਚੇਂਜ ਨੂੰ ਹੀ ਰਿਪਰੈਜ਼ੈਂਟ ਕਰ ਰਿਹਾ ਜੀ, ਠੀਕ ਹੈ ਗੱਲ। ਫਿਰ ਉਸ ਤੋਂ ਬਾਅਦ ਨੈਕਸਟ ਤੁਹਾਡੇ ਸਾਰਿਆਂ ਦੇ ਯਾਦ ਹੋਊਗਾ, ਜਦੋਂ ਆਪਾਂ ਚੇਂਜ ਦੀ ਡਾਇਗਰਾਮ ਬਣਾਈ ਸੀ ਤਾਂ ਮੈਂ ਤੁਹਾਨੂੰ ਕਿਹਾ ਸੀ ਨਾ ਐਵੇਂ ਬਣਾਈ ਸੀ ਆਪਾਂ, और मैं इतने लिखा सी डेल्टा पी, उरे लिखा सी डेल्टा क्यू। फिर एक बच्चे ने क्वेश्चन पूछा सी कि सारे ते लिखना, मैं कहा सी नहीं सारे ते नहीं लिखना, एक थां ते लिख दो, समझ गए गल। तो डेल्टा पी डेल्टा क्यू समझ आ गया भी कित्थों आया है, ताई मैं तुहानूं कहंदा सी इलास्टिसिटी ऑफ डिमांड वाले चैप्टर च, पर मैं उत्थे ही कराता सी। गल समझ गए? तो सेम ही है जी, बिल्कुल क्लीयर हो गया। इन्हों ने अगे पिछे बहुत कुछ दिता, तुहानूं कोई लोड़ नहीं, तुसीं वो डायग्राम बना के आउणी बस जिहड़ी तुहानूं उत्थे पढ़ाई सी, ठीक है। तो उन्होंने एक्सप्लेन करना है, ठीक है गल। अगे हॉरिजॉन्टल स्ट्रेट लाइन डिमांड कर्व पता लग गया, हॉरिजॉन्टल स्ट्रेट लाइन, वर्टिकल स्ट्रेट लाइन, ठीक है जी। उस तो बाद सानू कहता जी रेक्टेंगुलर हाइपरबोला। इन्हां ने इस डायग्राम नूं ना इस तरह लोग एवें बनाती, समझ गए गल। इन्हां ने इहनूं सर्कल फॉर्म च बनाता, मैंने स्ट्रेट लाइन फॉर्म च बनाता, ठीक है, बिल्कुल कोई चक्कर नहीं है, समझ गए गल। तुसीं स्ट्रेट लाइन च भी बना सकते हो, ठीक है गल। फिर उस तो बाद अपने को इन्होंने नीचे जो पैरा लिखा वो मोर दैन यूनिटरी तो लैस दैन यूनिटरी बारे एक्सप्लेन कर, ठीक है गल। रह गए फैक्टर्स तो न्यूमेरिकल। फैक्टर्स तो ही 5 मिनट हो जाएंगे, न्यूमेरिकल तो आप 5-4 न्यूमेरिकल सॉल्व करेंगे, वो 2-4 मिनट एक्स्ट्रा निकलेंगे, ध्यान ना सुनो। पहला सर न्यूमेरिकल कराऊंगी नहीं, पहला फैक्टर्स, ठीक है। सारे नालों पहला फैक्टर है जी अपने को नेचर ऑफ द कमोडिटी। कहते जी ओनली नैसेसिटीज लाइक सॉल्ट, नमक बोलते हैं, कैरोसिन ऑयल मिट्टी का तेल, मैच बॉक्स, टैक्सट बुक्स, वेजिटेबल्स, ठीक है। ये सारिया जड़ियाँ चीज़ां ने कहते इन्हां दी डिमांड इनइलास्टिक होती है, क्यों? नैसेसिटीज़ ने, समझ गए। एक ही ने नैसेसिटीज़ ने, नैसेसिटीज़ का मतलब की है कि जड़ियाँ ये चीज़ां ने जी एक खरीदनी हर बंदे ने। नमक का भी मेरे को होता सब्जी च पाऊगा ही, फिक्की तो नहीं खाता कोई, ठीक है गल। जिन्होंने वीपी है वो खाता फिक्की, ठीक है गल, अदरवाइज तो कोई भी फिक्की नहीं करता, ठीक है गल। पहला मतलब इलास्टिक डिमांड की है, इनइलास्टिक।
ਫਿਰ ਕਹਿੰਦੇ ਜੀ ਲਗਜ਼ਰੀਜ਼, ਜਿਵੇਂ 에ਅਰ ਕੰਡੀਸ਼ਨਰ, ਕੋਸਟਲੀ ਫਰਨੀਚਰ, ਫੈਸ਼ਨੇਬਲ ਗਾਰਮੈਂਟਸ, ਠੀਕ ਹੈ, ਇਹ ਸਾਰੇ ਇਲਾਸਟਿਕ ਡਿਮਾਂਡ ਵਾਲੇ ਨੇ ਕਿ ਇਹਨਾਂ ਦੀ ਪ੍ਰਾਈਸ ਚੇਂਜ ਹੋਵੇ ਕੋਈ ਗੱਲ ਨਹੀਂ, ਅਗਲਾ ਕਹੂਗਾ ਜੀ ਏਸੀ ਛੱਡੋ ਕੂਲਰ ਖਰੀਦ ਲੈਂਦੇ ਆ, ਲੋੜ ਨਹੀਂ। ਸਮਝ ਗਏ ਗੱਲ? ਤਾਂ ਇਹਨਾਂ ਦੀ ਡਿਮਾਂਡ ਕੀ ਹੈ? ਇਲਾਸਟਿਕ। ਫਿਰ ਕਹਿੰਦੇ ਜੀ ਸਾਡੇ ਕੋਲ ਕਹਿੰਦੇ ਜੁਆਇੰਟਲੀ ਡਿਮਾਂਡਡ ਗੁੱਡਸ, ਕਹਿੰਦੇ ਗੁੱਡਸ ਨਾ ਕੁਛ ਐਸੀਆਂ ਜਿਹੜੀਆਂ ਜੁਆਇੰਟਲੀ ਡਿਮਾਂਡ ਹੁੰਦੀਆਂ, ਜਿਵੇਂ ਪੈਨ ਤੇ ਇੰਕ, ਦੱਸਿਆ ਮੈਂ ਨਾ ਤੁਹਾਨੂੰ, ਪੈਨ ਤੇ ਇੰਕ। ਹੁਣ ਇਹਦੇ ਵਿੱਚ ਕੀ ਹੁੰਦਾ ਨਾ, ਮੰਨ ਲਓ ਪੈਟਰੋਲ ਦੇ ਰੇਟ ਵੱਧ ਗਏ ਤਾਂ ਕਾਰਾਂ ਦੀ ਡਿਮਾਂਡ ਉਨੀ ਨਹੀਂ ਘਟੂਗੀ, ਕਾਰਾਂ ਦੀ ਡਿਮਾਂਡ ਇੰਨੀ ਜ਼ਿਆਦਾ ਨਹੀਂ ਘਟੂਗੀ। ਹੁਣ ਤੁਸੀਂ ਅੱਜ ਕੱਲ੍ਹ ਦੇਖੋ ਪੈਟਰੋਲ ਦੇ ਰੇਟ ਬਹੁਤ ਜ਼ਿਆਦਾ ਵਧੇ ਪਏ ਹੈ, ਪੈਟਰੋਲ ਦੇ ਰੇਟ ਕੀ ਹੈ, ਜ਼ਿਆਦਾ ਵਧੇ ਪਏ ਨੇ, ਪਰ ਕਾਰਾਂ ਦੀ ਡਿਮਾਂਡ ਇੰਨੀ ਤਾਂ ਨਹੀਂ ਘਟੀ, ਠੀਕ ਹੈ ਗੱਲ। ਯਾਨੀ ਕਿ ਉਹ ਵਾਲੀ ਡਿਮਾਂਡ ਕਹਿੰਦੇ ਜਿਹਦੇ ਵਿੱਚ ਜੁਆਇੰਟਲੀ ਡਿਮਾਂਡਡ ਗੁੱਡਸ ਹੁੰਦੀਆਂ ਨੇ, ਉੱਥੇ ਕਹਿੰਦੇ ਜਿਵੇਂ ਦੇਖ ਲਓ ਇਹਨਾਂ ਨੇ ਲਿਖਤਾ ਲਾਈਕ ਬ੍ਰੈਡ ਐਂਡ ਬਟਰ, ਪੈਨ ਐਂਡ ਇੰਕ, ਕੈਮਰਾ ਐਂਡ ਫਿਲਮ ਆਰਡੀਨਰਲੀ ਸ਼ੋ ਮੋਡਰੇਟ ਇਲਾਸਟਿਸਿਟੀ ਆਫ ਡਿਮਾਂਡ। ਸਮਝ ਗਏ? ਮੋਡਰੇਟ ਦਾ ਮਤਲਬ ਕੀ ਹੈ, ਥੋੜਾ ਬਹੁਤ ਚੇਂਜ ਹੁੰਦਾ ਹੀ ਉਹਦੇ ਵਿੱਚ, ਥੋੜਾ ਬਹੁਤ ਚੇਂਜ ਨਜ਼ਰ ਆਉਂਦਾ ਸਾਨੂੰ ਇਲਾਸਟਿਸਿਟੀ ਦੇ ਵਿੱਚ, ਡਿਮਾਂਡ ਦੇ ਵਿੱਚ ਜ਼ਿਆਦਾ ਚੇਂਜ ਨਜ਼ਰ ਨਹੀਂ ਆਉਂਦਾ। ਸਮਝ ਗਏ ਗੱਲ? ਥੋੜੇ ਬਹੁਤ ਦਾ ਮਤਲਬ ਕੀ ਹੈ, ਥੋੜੀ ਜਿਹੀ ਪ੍ਰਾਈਸ ਅਗਰ ਉਹਦੀ ਵਧੀ ਵੀ ਹੈ ਤਾਂ ਕਾਰਾਂ ਦੀ ਡਿਮਾਂਡ ਆਈ ਨਹੀਂ ਹੈਗਾ ਵੀ ਬਹੁਤ ਜ਼ਿਆਦਾ ਵੱਧ ਜਾਂ ਬਹੁਤ ਜ਼ਿਆਦਾ ਘਟ ਜੂਗੀ, ਨਹੀਂ, ਥੋੜਾ ਬਹੁਤ ਹੀ ਫਰਕ ਪੈਂਦਾ, ਕੋਈ ਜ਼ਿਆਦਾ ਫਰਕ ਨਹੀਂ ਪੈਂਦਾ, ਕਿਉਂਕਿ ਜਿਹਨੇ ਯੂਜ਼ ਕਰਨੀ ਹੈ ਤਾਂ ਉਹਨੇ ਤਾਂ ਕਰਨੀ ਹੈ। ਸਮਝ ਕੇ ਗੱਲ? ਫਿਰ ਕਹਿੰਦੇ ਜੀ ਅਵੇਲੇਬਿਲਿਟੀ ਆਫ ਸਬਸਟੀਟਿਊਟਸ, ਕਹਿੰਦੇ ਜੀ ਮੰਨ ਲਓ ਤੁਹਾਡੇ ਕੋਲ ਕਲੋਜ਼ਲੀ ਸਬਸਟੀਟਿਊਟਸ ਅਵੇਲੇਬਲ ਹੈ, ਜਿਵੇਂ ਚਾਹ ਤੇ ਕੌਫੀ। ਜੇ ਕਹਿੰਦੇ ਚਾਹ ਤੇ ਕੌਫੀ, ਜੇ ਤੁਹਾਡੇ ਕੋਲ ਕੌਫੀ ਜਾਂ ਕੈਪੇਚੀਨੋ ਜਾਂ ਕੋਈ ਅਦਰ ਸਬਸਟੀਟਿਊਟ ਅਵੇਲੇਬਲ ਹੋਵੇ, ਫਿਰ ਤਾਂ ਇਲਾਸਟਿਕ ਹੈ ਡਿਮਾਂਡ। ਕਿਉਂ? ਕਿਉਂਕਿ ਜੇ ਚਾਹ ਦੇ ਰੇਟ ਵੱਧ ਗਿਆ, ਅਗਲਾ ਕੋਈ ਯਾਰ ਛੱਡ ਪਰਾਂ ਕੌਫੀ ਪੀ ਲੈਂਦੇ ਆ, ਗੱਡਾ ਥੋੜੀ ਖੜ ਜਾਊਗਾ ਕੋਈ। ਸੇਮ ਹੀ ਗੱਲਬਾਤ ਹੈ, ਚਾਹ ਵੀ ਨੀਂਦ ਆਉਣ ਤੋਂ ਬਚਾਉਂਦੀ ਹੈ, ਕੌਫੀ ਤਾਂ ਆਉਣ ਹੀ ਨਹੀਂ ਦਿੰਦੀ। ਸਮਝ ਕੇ ਗੱਲ? ਤਾਂ ਇਸ ਕਰਕੇ ਕੀ ਹੈ, ਜੇਕਰ ਸਾਡੇ ਕੋਲ ਸਬਸਟੀਟਿਊਟਸ ਅਵੇਲੇਬਲ ਹੈ ਤਾਂ ਡਿਮਾਂਡ ਇਲਾਸਟਿਕ ਹੈ, ਪਰ ਜੇ ਸਬਸਟੀਟਿਊਟਸ ਹੀ ਅਵੇਲੇਬਲ ਨਹੀਂ ਹੈ ਬਈ, ਫਿਰ ਡਿਮਾਂਡ ਕੀ ਹੋਗੀ? ਇਨਇਲਾਸਟਿਕ ਹੋਗੀ। ਕਿਉਂ? ਫਿਰ ਕਹਿੰਦੇ ਡਿਮਾਂਡ ਘਟੂਗੀ, ਕਿਉਂਕਿ ਫਿਰ ਤਾਂ ਅਗਲੇ ਨੇ ਜਿਹਨੇ ਚਾਹ ਪੀਣੀ ਹੈ ਨਾ, ਜਿਹੜਾ ਚਾਹ ਦਾ ਪਿਆਕੜ ਆ ਪੀਊਗਾ ਵੀ। ਸਮਝ ਗਏ ਗੱਲ? ਗੱਲ ਸਮਝ ਗਏ? ਹਰਜੀਤ। ਫਿਰ ਉਸ ਤੋਂ ਬਾਅਦ ਕਹਿੰਦੇ ਮਲਟੀਪਲ ਯੂਜ਼ੇਜ, ਫਿਰ ਉਸ ਤੋਂ ਬਾਅਦ ਕੀ ਹੈ? ਮਲਟੀਪਲ ਯੂਜ਼ੇਜ। ਸੇਮ ਏਅਰ ਹੀ ਹੈ ਹਰਜੀਤ, ਤੇਰੇ ਵਾਲਾ ਹਾਲ ਹੀ ਮੇਰਾ। ਕੋਈ ਬਾਤ ਨਹੀਂ। ਮੈਂ ਤੁਹਾਨੂੰ ਗੱਲ ਦੱਸਦਾ, ਜਿਹੜੇ ਟੀਚਰਸ ਹੁੰਦੇ ਆ ਨਾ, ਉਹਨਾਂ ਨੂੰ ਚਾਹ ਤੋਂ ਬਿਨਾਂ ਸਬਰ ਨਹੀਂ ਹੁੰਦਾ। ਇਹ ਗਰੰਟੀ ਹੈ, ਤੁਸੀਂ ਕੋਈ ਵੀ ਟੀਚਰ ਕੋਲ ਪੜ੍ਹਨ ਚਲੇ ਜਾਈਓ, ਕਈ ਟੀਚਰਾਂ ਦੀ ਆਦਤ ਹੁੰਦੀ ਹੈ ਪੜ੍ਹਾਉਂਦੇ ਹੋਏ ਹੱਥ 'ਚ ਚਾਹ ਦਾ ਕੱਪ ਚੱਕਣ ਦੀ। ਸਮਝ ਗਏ ਗੱਲ? ਹੈ ਕਿ ਨਹੀਂ? ਫੈਕਟ ਹੈ ਕਿ ਨਹੀਂ? ਕਈ ਟੀਚਰ ਬਸ ਬਾਅਦ 'ਚ ਪੀ ਲੈਂਦੇ ਨੇ। ਬਿਲਕੁਲ, ਹੁੰਦੀ ਆਦਤ ਤੇ ਐਵੇਂ ਮਜ਼ਾਕ ਨਹੀਂ ਕਰਦਾ ਮੈਂ, ਇਹਨਾਂ ਨੂੰ ਇਹੋ ਜਿਹੀਆਂ ਚੀਜ਼ਾਂ ਤਾਂ ਅਸੀਂ ਬਹੁਤ ਦੇਖੀਆਂ, ਠੀਕ ਹੈ ਗੱਲ। ਚਲੋ ਆਪਾਂ ਅੱਗੇ ਕਨਸੈਪਟ ਤੇ ਆਈਏ, ਮਲਟੀਪਲ ਯੂਜ਼ਸ। ਕਹਿੰਦੇ ਕਿ ਗੁੱਡਸ ਜਿਨ੍ਹਾਂ ਦੇ ਮਲਟੀਪਲ ਯੂਜ਼ਸ ਨੇ, ਮਿਲਕ ਹੈ, ਮਠਾਈਆਂ ਬਣਾਉਣ ਲਈ ਵੀ ਯੂਜ਼ ਹੁੰਦਾ ਹੈ, ਪੀਣ ਲਈ ਵੀ ਯੂਜ਼ ਹੁੰਦਾ ਹੈ, ਮਿਲਕ ਤੋਂ ਪਨੀਰ ਵੀ ਨਿਕਲਦਾ ਹੈ, ਮਿਲਕ ਤੋਂ ਦਹੀਂ ਵੀ ਬਣਦੀ ਹੈ। ਸਮਝ ਗਏ ਗੱਲ? ਇਸ ਤਰੀਕੇ ਦੇ ਨਾਲ ਇੱਕ ਮੈਂ ਹੋਰ ਕੁਐਸਚਨ ਪੁੱਛਣਾ ਚਾਹੁੰਦਾ, ਮੈਨੂੰ ਅੱਜ ਤੱਕ ਕਰਡ ਦਾ ਜੈਂਡਰ ਸਮਝ ਨਹੀਂ ਆਇਆ ਵੀ ਉਹ ਇਸਤਰੀ ਲਿੰਗ ਹੈ ਕਿ ਪੁਲਿੰਗ ਹੈ। ਕਈ ਕਹਿੰਦੇ ਦਹੀਂ ਹੈਗਾ, ਕਈ ਕਹਿੰਦੇ ਕਿ ਦਹੀਂ ਹੈਗੀ ਹੈ, ਕੁੜੀ ਹੈ ਕਿ ਮੁੰਡਾ, ਮੈਨੂੰ ਕਦੇ ਨਹੀਂ ਸਮਝ ਆਇਆ ਅੱਜ ਤੱਕ। ਠੀਕ ਹੈ ਗੱਲ? ਇਹ ਜਿਹੜੇ ਮਤਲਬ ਵੀ ਹਿੰਦੀ ਬੋਲਦੇ ਆ ਉਹ ਤਾਂ ਉਹਨਾਂ ਦੇ ਨਹੀਂ ਜੀ, ਹੁਣ ਮੈਂ ਤੁਹਾਨੂੰ ਗ੍ਰਾਮਰ ਦਾ ਰੂਲ ਦੱਸਦਾ। ਮੇਲ ਆ ਗਿਆ ਜੀ। ਐਂ ਲਿਖਿਆ ਜਾਂਦਾ ਈ ਦੀ ਆਵਾਜ਼ ਆ ਗਈ ਤਾਂ ਇਹਨੂੰ ਇਸਤਰੀ ਲਿੰਗ ਕਹਾਂਗੇ। ਸਾਨੂੰ ਸਿਖਾਇਆ ਗਿਆ ਸੀ, ਮੈਂ ਤਾਂ ਤੁਹਾਨੂੰ ਦੱਸਿਆ, ਠੀਕ ਹੈ ਗੱਲ। ਪਰ ਲੋਕ ਕਹਿੰਦੇ ਦਹੀਂ ਹੈਗਾ, ਫਿਰ ਮੈਂ ਆਪਦੀ ਗ੍ਰਾਮਰ ਝਾੜਦਾ ਹੁੰਦਾ ਉਹਦੇ। ਬਾਅਦ ਇਹ ਕਹਣਾ ਦਹੀਂ ਹੈਗੀ ਤੇ ਲਿਆਓ ਬਈ। ਬਸ ਮੈਂ ਠੀਕ ਹੈ ਨਾ, ਮਤਲਬ ਮੈਂ ਵੀ ਠੀਕ ਹੈ। ਮਲਟੀਪਲ ਯੂਜ਼ਸ, ਠੀਕ ਹੈ। ਸੋ ਮਲਟੀਪਲ ਯੂਜ਼ਸ ਕੀ ਹੈ ਜੀ? ਕਹਿੰਦੇ ਜਿੰਨਾ ਚੀਜ਼ਾਂ ਦੇ ਯੂਜ਼ਸ ਮਲਟੀਪਲ ਨੇ ਉਹਦੀ ਡਿਮਾਂਡ ਇਲਾਸਟਿਕ ਹੋਊਗੀ। ਕਹਿੰਦੇ ਜੇ ਮੰਨ ਲਓ ਮਲਟੀਪਲ ਯੂਜ਼, ਜਿਵੇਂ ਮਿਲਕ ਦਾ ਰੇਟ ਵਧ ਗਿਆ, ਮੈਂ ਉਹਦੇ ਯੂਜ਼ ਘਟਾ ਦੂੰਗਾ। ਸਮਝ ਗਏ? ਯੂਜ਼ ਘਟਾ ਦੂੰਗਾ ਮੈਂ ਉਸ ਚੀਜ਼ ਨੂੰ, ਸਿਰਫ ਜਿਹੜੀ ਚੀਜ਼ ਲਈ ਮੈਂ ਜ਼ਰੂਰੀ ਹੈ ਮੈਂ ਉਸੇ ਲਈ ਯੂਜ਼ ਕਰੂੰਗਾ। ਪੀਣ ਲਈ ਮੈਂ ਨਹੀਂ ਖਾਊਂਗਾ, ਨਹੀਂ ਪਨੀਰ ਕੱਢੂੰਗਾ, ਜ਼ਰੂਰੀ ਹੈ। ਠੀਕ ਹੈ ਗੱਲ? ਤਾਂ ਜਾਣੀ ਕਿ ਜੇਕਰ ਮਿਲਕ ਸਸਤਾ ਹੈ ਤਾਂ ਤੁਸੀਂ ਪਨੀਰ ਵੀ ਕੱਢ ਲਓਗੇ, ਘਿਓ ਵੀ ਕੱਢ ਲਓਗੇ, ਮਲਾਈ ਵੀ ਬਣਾ ਲਓਗੇ, ਕਰਡ ਵੀ ਬਣਾ ਲਓਗੇ, ਸਭ ਕੁਝ ਕਰ ਲਓਗੇ। ਪਰ ਜੇ ਮਿਲਕ ਸਸਤਾ ਨਹੀਂ ਹੈ, ਮਹਿੰਗਾ ਹੈ, ਤਾਂ ਫਿਰ ਤੁਸੀਂ ਉਹਦਾ ਯੂਜ਼ ਸਿਰਫ ਪੀਣ ਲਈ ਕਰੋਗੇ, ਤਾਂ ਡਿਮਾਂਡ ਕੀ ਹੋਗੀ? ਇਲਾਸਟਿਕ ਹੋਗੀ। ਅਦਰਵਾਈਜ਼ ਤਾਂ ਤੁਸੀਂ ਜ਼ਿਆਦਾ ਮਿਲਕ ਲੈ ਆਉਂਦੇ ਸੀ ਪਰ ਹੁਣ ਘੱਟ ਖਰੀਦੋਗੇ।
ਸਮਝ ਗਏ ਗੱਲ, ਸਿਰਫ ਪੀਣ ਲਈ ਯੂਜ਼ ਕਰਾਂਗੇ ਤਾਂ ਇਸ ਕਰਕੇ ਉਹਦੀ ਡਿਮਾਂਡ ਕੀ ਹੋਗੀ, ਇਲਾਸਟਿਕ। ਫਿਰ ਉਸ ਤੋਂ ਬਾਅਦ ਹੈ ਜੀ ਪੋਸਟਪੋਨਮੈਂਟ ਆਫ ਯੂਜ਼। ਕਹਿੰਦੇ ਪੋਸਟਪੋਨ ਦਾ ਮਤਲਬ ਹੁੰਦਾ ਹੈ ਅੱਗੇ ਪੋਸਟਪੋਨ ਕਰਨਾ, ਸਮਝ ਗਏ। ਕਹਿੰਦੇ ਡਿਮਾਂਡ ਵਿਲ ਬੀ ਇਲਾਸਟਿਕ ਫॉर ਗੁੱਡਸ ਦਾ ਕੰਜ਼ੰਪਸ਼ਨ ਆਫ ਵਿਚ ਕੈਨ ਬੀ ਪੋਸਟਪੋਨਡ। Demand for residential house may be cited as example. People lower their demand for residential houses when interest rates of the loans are high. ਤੁਸੀਂ ਮੰਨ ਲਓ ਘਰ ਪਾਉਣਾ ਹੈ ਜੀ, ਘਰ ਹੈ ਤੁਹਾਡੇ ਕੋਲ ਪੈਸੇ ਹੈ ਨਹੀਂ, ਤੁਸੀਂ ਕਿਹਾ ਜੀ ਲੋਨ ਲੈ ਕੇ ਘਰ ਪਾ ਲਾਂਗੇ, ਲੋਨ ਦੇ ਰੇਟ ਜ਼ਿਆਦਾ ਹੈ। ਬੇਵਕੂਫੀ ਹੈ ਕਿ ਸਿਆਣਪ ਹੋਊਗੀ ਅਗਰ ਤੁਸੀਂ ਲੋਨ ਲੈ ਕੇ ਫਿਰ ਵੀ ਘਰ ਪਾਓ? ਬੇਵਕੂਫੀ। ਕਿਉਂ? ਜਦੋਂ ਰੇਟ ਘਟ ਗਏ ਲੋਨ ਦੇ, ਵਿਆਜ ਦੇ, ਲੋਨ ਦੇ ਰੇਟ ਘਟਣ ਦਾ ਮਤਲਬ ਕੀ ਹੈ, ਵਿਆਜ ਦੇ ਰੇਟ ਘਟਣਾ, ਸਮਝ ਗਏ। ਵਿਆਜ ਦੇ ਰੇਟ ਘਟ ਗਏ ਬਈ, ਉਦੋਂ ਲੋਨ ਲੈ ਲਾਂਗੇ, ਜ਼ਰੂਰੀ ਹੈ। ਤਾਂ ਇਸ ਕਰਕੇ ਅਸੀਂ ਆਪਣਾ ਯੂਜ਼ ਕੀ ਕਰ ਦਾਂਗੇ, ਪੋਸਟਪੋਨ। ਉੱਥੇ ਡਿਮਾਂਡ ਕੀ ਹੋਊਗੀ, ਇਲਾਸਟਿਕ। ਕਿਉਂਕਿ ਡਿਮਾਂਡ ਦੇਖੋ, ਲੋਨ ਦੇ ਲਈ ਵੀ ਤਾਂ ਡਿਮਾਂਡ ਹੁੰਦੀ ਹੈ ਨਾ। ਲੋਨ ਦੇ ਜਿਹੜੇ ਰੇਟ ਨੇ ਨਾ, ਵਿਆਜ ਦੇ ਰੇਟ, ਇਹ ਵੀ ਵਿਆਜ ਡਿਮਾਂਡ ਐਂਡ ਸਪਲਾਈ ਦੇ ਉੱਤੇ ਡਿਪੈਂਡ ਕਰਦੇ ਨੇ। ਕਮਰਸ 'ਚ ਸਾਰਾ ਕੁਝ ਜੋ ਵੀ ਪ੍ਰਾਈਸ ਨਿਰਧਾਰਿਤ ਕਰਨੀ ਹੈ, ਚਾਹੇ ਇੰਟਰਸਟ ਰੇਟ ਡਿਟਰਮਾਈਨ ਕਰਨਾ ਹੈ ਤੁਸੀਂ, ਚਾਹੇ ਵੇਜ ਰੇਟ ਡਿਟਰਮਾਈਨ ਕਰਨਾ ਹੈ, ਚਾਹੇ ਤੁਸੀਂ ਕੋਈ ਪ੍ਰਾਈਸ ਨਿਰਧਾਰਿਤ ਕਰਨੀ ਹੈ, ਚਾਹੇ ਫੋਰਨ ਐਕਸਚੇਂਜ ਰੇਟ ਡਿਟਰਮਾਈਨ ਕਰਨਾ ਹੈ, ਹਰ ਚੀਜ਼ ਡਿਮਾਂਡ ਐਂਡ ਸਪਲਾਈ ਦੇ ਉੱਤੇ ਡਿਪੈਂਡੈਂਟ ਹੈ। ਜਿਹੜੇ ਜੇ ਆਪਾਂ ਟ੍ਰੇਡਰ ਤੋਂ ਲਵਾਂਗੇ ਲੋਨ, ਹੈਂ? ਉਹਦਾ ਜੇ ਆਪਾਂ ਟ੍ਰੇਡਰ ਤੋਂ ਲਵਾਂਗੇ ਲੋਨ, ਮਨੀ ਲੈਂਡਰ ਤੋਂ, ਉਹਦਾ ਰੇਟ ਘੱਟਦੇ ਵੱਧਦੇ ਜਾਣਗੇ, ਬੈਂਕ 'ਚੋਂ ਘਟਣਗੇ ਨਹੀਂ, ਲੋਨ ਦੇ ਜਿਹੜੇ ਇੰਟਰਸਟ ਹੋਊਗਾ। ਕੀ ਕੁਐਸਚਨ ਪੁੱਛਿਆ? ਤੇਰਾ ਕੁਐਸਚਨ ਜੀ, ਮੈਂ ਮੈਂ ਦੱਸਦਾ, interest ਮੈਂ ਲਈ- ਦੱਸਦਾ ਕੁਐਸਚਨ ਕੀ ਸੀਗਾ। ਇਹ ਪੁੱਠਾ ਕਰ ਗਈ। ਹਾਂ, ਬੈਂਕ ਦੇ ਜਿਹੜੇ ਰੇਟ ਹੈ ਉਹ ਤਾਂ ਘਟਦੇ ਵੱਧਦੇ ਰਹਿੰਦੇ ਸੀ। ਮਨੀ ਲੈਂਡਰ ਦਾ ਇੱਕੋ ਹੀ ਮਨੀ ਲੈਂਡਰ ਦੇ ਰੇਟ ਨਹੀਂ ਘਟਦੇ ਵੱਧਦੇ। ਬੈਂਕ ਦੇ ਘੱਟਦੇ। ਹਾਂ, ਬੈਂਕ ਦੇ ਰੇਟ ਆਰਬੀਆਈ ਤੇ ਨਿਰਧਾਰਿਤ ਹੈ। ਆਰਬੀਆਈ ਡਿਸਾਈਡ ਕਰਦੀ ਹੈ ਇੱਕ ਪਾਲਿਸੀ ਕਾਲਡ ਐਜ਼ ਮੋਨਿਟਰੀ ਪਾਲਿਸੀ, ਪਲੱਸ 2 ਚ ਕਰਾਉਂਗਾ ਮੈਂ, ਸਮਝੇਗਾ। ਉਦੋਂ ਤੈਨੂੰ ਜ਼ਿਆਦਾ ਬੱਲੇ ਪਊਗੀ ਇਹ ਗੱਲ। ਹੁਣ ਆਰਬੀਆਈ ਨੇ ਵਿਆਜ ਦੇ ਰੇਟ ਘਟਾ ਵਧਾ ਦਿੱਤੇ ਤਾਂ ਅਲਟੀਮੇਟਲੀ ਬੈਂਕ ਦੇ ਵਿਆਜ ਦੇ ਰੇਟ ਘਟ ਜਾਣਗੇ ਜਾਂ ਵੱਧ ਜਾਣਗੇ। ਠੀਕ ਹੈ, ਸਰ ਹੁਣ ਇਹ ਵਧਾ ਵੀ ਸਕਦੇ ਹੈਗੇ? ਬਿਲਕੁਲ ਵਧਾ ਸਕਦੇ। ਉਹ ਕਦੋਂ ਵਧਾਉਣ ਘਟਾਉਣਗੇ, ਪਲੱਸ 2 ਚ ਕਰਾਂਗੇ ਆਪਾਂ, ਹੁਣ ਨਹੀਂ। ਅਗਰ ਸਰ ਹੁਣ ਇਹਨਾਂ ਨੇ ਵਧਾਤੇ ਜੀ ਆਪਣੇ ਇੰਟਰਸਟ ਦੇ ਰੇਟ, ਜਿਹੜੇ ਬੰਦਿਆਂ ਨੇ ਪਹਿਲਾਂ ਤੋਂ ਹੀ ਲੋਨ ਲਿਆ ਹੋਊਗਾ ਉਹ ਵੱਧ ਪੇ ਕਰਨਗੇ? ਨਹੀਂ ਜੀ, ਉਹਨਾਂ ਦਾ ਉਹੀ ਰਹੂਗਾ। ਉਹਨਾਂ ਨੂੰ ਉਸ ਰੇਟ ਦੇ ਉੱਤੇ ਸੈਂਕਸ਼ਨ ਹੋਇਆ ਨੇ। ਜਿਹੜੇ ਨਵੇਂ ਲੋਨ ਹੋਣਗੇ ਉਹ ਨਵੇਂ ਰੇਟ ਤੇ। ਸਰ ਨੇ ਫਿਰ ਕੀ ਕਿਹਾ ਸੀਗਾ ਵੀ ਲੋਨ ਘਟ ਜਾਣ ਦੇ? ਮੇਰੀ ਨਾ, ਮੈਂ ਤੁਹਾਨੂੰ ਦੱਸਦਾ, ਮੇਰੀ ਬੈਂਕ ਚ ਐਫਡੀ ਹੈ ਜੀ, ਠੀਕ ਹੈ। ਬੜੀ 10-12 ਹਜ਼ਾਰ ਦੀ ਐਫਡੀ, ਠੀਕ ਹੈ। ਤੇ ਉਹ ਐਫਡੀ ਜਿਹੜੀ ਹੈਗੀ ਹੈ ਨਾ, ਉਹਦੇ ਰੇਟ 5.5 ਪਤਾ ਨਹੀਂ 6% ਸੀਗਾ, ਪਤਾ ਨਹੀਂ ਮੈਨੂੰ ਹੁਣ ਆਏ ਯਾਦ ਵੀ ਨਹੀਂ ਕਿੰਨੇ ਪਰਸੈਂਟ ਸੀਗਾ, ਕਿਉਂਕਿ 5-6 ਸਾਲ ਹੋ ਗਏ ਬਣੀ ਨੂੰ। ਹੁਣ ਤੁਸੀਂ ਆਹ ਲਾ ਲਓ ਵੀ ਉਹਤੇ ਰੇਟ ਕਿੰਨਾ ਸੀ, 5.5% ਲਗਾ ਲਓ। ਅੱਜ ਵੀ 5.5% ਹੈ, ਪਰ ਹਾਲਾਂਕਿ ਉਹਨੇ ਪੀਰੀਅਡ ਦੀ ਤੇ ਅੱਜ ਰੇਟ 5% ਚੱਲ ਰਿਹਾ। ਮੈਨੂੰ ਕਿੰਨਾ ਮਿਲ ਰਿਹਾ, 5.5, ਕਿਉਂਕਿ ਮੇਰੀ ਪਹਿਲਾਂ ਦੀ ਸੈਂਕਸ਼ਨ ਹੋਈ। ਇਹ ਸਿਸਟਮ ਹੁੰਦਾ, ਠੀਕ ਹੈ ਜੀ। ਨੈਕਸਟ ਕਹਿੰਦੇ ਜੀ ਇਨਕਮ ਲੈਵਲ ਆਫ ਬਾਇਰ। ਅਗਰ ਤਾਂ ਕਹਿੰਦੇ ਬਾਇਰ ਦਾ ਇਨਕਮ ਲੈਵਲ ਉੱਚਾ ਹੈ, ਠੀਕ ਹੈ ਗੱਲ, ਤਾਂ ਡਿਮਾਂਡ ਹੈ ਜੀ ਇਨਇਲਾਸਟਿਕ ਹੋਊਗੀ। ਕਹਿੰਦੇ ਇਲਾਸਟਿਸਿਟੀ ਆਫ ਡਿਮਾਂਡ ਆਫ ਦਾ ਗੁੱਡ ਆਲਸੋ ਡਿਪੈਂਡ ਔਨ ਇਨਕਮ। ਇਫ the buyer of the good are high end consumers, high income group, they will not care for price. ਕਹਿੰਦੇ ਪ੍ਰਾਈਸ ਦਾ ਫਿਰ ਦੇਖਦੇ ਨਹੀਂ, ਜਿੰਨੀ ਮਰਜ਼ੀ ਪ੍ਰਾਈਸ ਹੋਈ ਚੱਲੇ they will purchase। ਉੱਥੇ ਡਿਮਾਂਡ ਕੀ ਹੋਊਗੀ, ਇਨਇਲਾਸਟਿਕ। ਜੇ ਇਨਕਮ ਘੱਟ ਹੈ ਫਿਰ ਅਗਲਾ ਸੋਚ ਖਰਚੇ ਕਰਦਾ ਹੈ ਜੀ, ਫਿਰ ਉੱਥੇ ਡਿਮਾਂਡ ਕੀ ਹੋਊਗੀ, ਇਨਇਲਾਸਟਿਕ। ਸਮਝ, ਇਲਾਸਟਿਕ, ਠੀਕ ਹੈ ਜੀ। ਨੈਕਸਟ ਹੈਗਾ ਹੈਬਿਟ ਆਫ ਕੰਜ਼ਿਊਮਰ। ਕਹਿੰਦੇ ਜੀ, ਕਹਿੰਦੇ ਕੰਜ਼ਿਊਮਰ ਦੀ ਹੈਬਿਟ ਦੇ ਉੱਤੇ ਵੀ ਡਿਪੈਂਡ ਕਰਦਾ ਹੈ। ਹੁਣ ਜੀ ਦਾਰੂ ਹੈ, ਜਿਹਦੀ ਹੈਬਿਟ ਹੈ, ਚਾਹੇ ਦਾਰੂ ਦੇ ਜਿੰਨੇ ਮਰਜ਼ੀ ਰੇਟ ਵਧੀ ਜਾਣ ਉਹ ਪੀਊਗਾ ਜੀ, ਸਮਝ ਗਏ। ਸੀਕ੍ਰੇਟ ਹੈ ਜੀ, ਜਿਹਨੇ ਪੀਣੀ ਹੈ ਜੀ ਉਹਨੇ ਤਾਂ ਪੀਣੀ ਹੈ, ਚਾਹੇ ਰੇਟ ਵਧੀ ਜਾਣ। ਪਹਿਲਾਂ ਮੰਡਲ ਜੀ ਸਿਗਰਟ ਦਾ ਮੰਡਲ 8 ਰੁਪਏ ਦਾ ਹੁੰਦਾ ਸੀਗਾ, ਹੁਣ ਪਤਾ ਨਹੀਂ 20 ਰੁਪਏ ਦਾ, ਪਤਾ ਨਹੀਂ 22 ਰੁਪਏ ਦਾ। ਹਾਂ, ਇਹਨੂੰ ਵੱਧ ਪਤਾ ਦੇਖੋ, ਠੀਕ ਹੈ ਗੱਲ। ਤਾਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਹੈਬਿਟ ਹੈ ਨਾ, ਕਿਸੇ ਵੀ ਚੀਜ਼ ਦੀ ਹੈਬਿਟ ਹੈ, ਕਹਿੰਦੇ ਉਹਦੇ ਉੱਤੇ ਵੀ ਡਿਪੈਂਡ ਕਰਦਾ ਹੈ। ਜੇ ਹੁਣ ਹੈਬਿਟ ਹੈ ਤੁਹਾਡੀ ਬਣੀ ਵੀ, ਤਾਂ ਡਿਮਾਂਡ ਕੀ ਹੋਊਗੀ, ਇਨਇਲਾਸਟਿਕ। ਸਮਝ ਗਏ, ਫਿਰ ਤਾਂ ਡਿਮਾਂਡ ਨਹੀਂ ਚੇਂਜ ਹੋਊਗੀ ਨਾ। ਪੀਣੀ ਹੈ, ਜਿਹਨੂੰ ਰਾਤ ਨੂੰ ਨੀਂਦ ਹੀ ਨਹੀਂ ਆਉਂਦੀ ਪੀਤੇ ਬਿਨਾ, ਸਮਝ ਗਏ ਗੱਲ। ਅੱਗੇ ਦੇਖੋ, ਇਹ ਵੀ ਗੱਲ ਮੈਂ ਵਧੀਆ ਜਿਹੜਾ 1 ਰੁਪਏ ਕਹਿੰਦਾ ਵਿੱਚ ਨਿਕਲਦਾ ਵੀ ਹੁੰਦਾ ਸੀ। ਕਿਉਂ ਤੁਹਾਡੀ ਸ਼ੌਪ ਸ਼ੂਪ ਸੀਗੇ ਪੀਂਦਾ ਰਿਹਾ ਹੈ? ਇਹਨਾਂ ਨੇ ਕਿਸੇ ਗਲੀ ਜਾ ਕੇ ਦਿੱਤੀ ਸੀ ਕਿਸੇ ਨੂੰ ਇੱਕ ਵਾਰੀ। ਸਪਲਾਇਰ। ਚਲੋ ਸੁਣੋ ਜੀ, ਪ੍ਰਪੋਰਸ਼ਨ ਆਫ ਇਨਕਮ ਸਪੈਂਡ ਔਨ ਕਮੋਡਿਟੀ। ਕਹਿੰਦੇ ਜਿਹੜੀ ਚੀਜ਼ ਦੇ ਉੱਤੇ ਤੁਸੀਂ ਘੱਟ ਇਨਕਮ ਸਪੈਂਡ ਕਰਦੇ ਹੋ,
ਬਈ ਉਹਦੇ ਵਾਸਤੇ ਤੁਸੀਂ ਪੁੱਛੋਗੇ ਨਹੀਂ। ਹੁਣ ਮੰਨ ਲਓ ਜੀ ਮੈਂ ਆਪਣੀ ਇਨਕਮ ਦਾ 50,000 ਰੁਪਇਆ ਸਪੈਂਡ ਕਰਨਾ ਹੈ, ਏਸੀ ਖਰੀਦਣਾ ਮਿਸਤੂਬੀਸ਼ੀ ਦਾ, ਬਈ ਮੈਂ ਲੱਖ ਵਾਰੀ ਸੋਚ ਕੇ ਰੇਟ ਕੰਪੇਅਰ ਕਰਕੇ ਫੇਰ ਖਰੀਦੂੰਗਾ। ਸਮਝ ਗਏ ਗੱਲ? ਤਾਂ ਡਿਮਾਂਡ ਕੀ ਹੈ? ਇਲਾਸਟਿਕ ਹੈ। ਪਰ ਜਿਹੜੀ ਕੋਈ ਛੋਟੀ ਮੋਟੀ ਚੀਜ਼ ਹੈ, ਮੈਂ ਕਹੂੰਗਾ ਯਾਰ ਮੈਚ ਸਟਿਕ ਹੈ, ਤੁਹਾਨੂੰ ਕੋਈ ਦੁਕਾਨਦਾਰ ਕਹਿੰਦਾ 2 ਰੁਪਏ ਦੀ ਹੈ, ਨਾਲ ਵਾਲਾ ਕਹਿੰਦਾ 1 ਰੁਪਏ ਦੇ, ਬਈ ਹੁਣ ਤੁਸੀਂ 1 ਰੁਪਏ ਵਾਸਤੇ ਦੁਕਾਨ ਛੱਡ ਕੇ ਅਗਲੇ ਕੋਲ ਜਾਓਗੇ? ਨਹੀਂ, ਯਾਰ ਕੋਈ ਨਹੀਂ ਦੇ ਦੇ, ਅਗਲੇ ਵਾਰੀ ਇਹਦੇ ਕੋਲ ਜਾਂਦਾ ਹੀ ਨਹੀਂ। ਸਮਝ ਗਏ? ਤਾਂ ਜਿਹਦੇ ਲਈ ਥੋੜੀ ਬਹੁਤ ਚੀਜ਼, ਥੋੜਾ ਬਹੁਤ ਪੈਸਾ ਖਰਚ ਕਰਨਾ ਹੋਊਗਾ ਨਾ, ਉੱਥੇ ਡਿਮਾਂਡ ਕੀ ਹੋਊਗੀ? ਇਨਇਲਾਸਟਿਕ। ਜਿੱਥੇ ਬਹੁਤ ਜ਼ਿਆਦਾ ਸਪੈਂਡ ਕਰਨਾ ਇਨਕਮ ਦਾ ਪਾਰਟ, ਉੱਥੇ ਡਿਮਾਂਡ ਕੀ ਹੋਊਗੀ? ਇਲਾਸਟਿਕ। ਫਿਰ ਕਹਿੰਦੇ ਪ੍ਰਾਈਸ ਲੈਵਲ, ਇਹਦੇ ਨਾਲ ਤਾਂ ਆਪਣਾ ਸੰਬੰਧ ਆਲਰੇਡੀ ਤੁਹਾਨੂੰ ਸਭ ਨੂੰ ਪਤਾ ਹੈ। ਹਾਂਜੀ ਠੀਕ ਹੈ ਗੱਲ? ਟਾਈਮ ਪੀਰੀਅਡ, ਕਹਿੰਦੇ ਸ਼ਾਰਟ ਪੀਰੀਅਡ ਦੇ ਵਿੱਚ ਟਾਈਮ ਡਿਮਾਂਡ ਜਿਹੜੀ ਹੈ ਉਹ ਇਨਇਲਾਸਟਿਕ ਹੁੰਦੀ ਹੈ, ਪਰ ਲੌਂਗ ਪੀਰੀਅਡ ਦੇ ਵਿੱਚ ਬੰਦੇ ਦਾ ਟੇਸਟ ਵੀ ਬਦਲ ਜੂ, ਸਭ ਕੁਝ ਬਦਲ ਜੂਗਾ, ਉੱਥੇ ਡਿਮਾਂਡ ਕੀ ਹੋ ਜੂਗੀ? ਇਲਾਸਟਿਕ। ਸਮਝ ਗਏ? ਹੁਣ ਜੇ ਮੈਂ ਕਹਿੰਦਾ ਜੀ ਮੈਨੂੰ ਕੋਈ ਚੀਜ਼ ਦੀ ਲੋੜ ਹੈ, ਠੀਕ ਹੈ, ਮੈਂ ਲੈ ਕੇ ਆਉਣੀ ਹੈ, ਤਾਂ ਬਈ ਜਿਹੜੀ ਮੰਨ ਲਓ ਕੋਈ ਵੀ ਡਿਮਾਂਡ ਹੈ ਨਾ, ਉਹ ਕੀ ਹੋਊਗੀ? ਇਨਇਲਾਸਟਿਕ, ਚੇਂਜ ਨਹੀਂ ਹੋਊਗੀ, ਕਿਉਂਕਿ ਮੈਨੂੰ ਤਾਂ ਲੋੜ ਹੈ। ਸਮਝ ਕੇ? ਮੰਨ ਲਓ ਮੈਂ ਸਮੋਸੇ ਲੈਣੇ ਜੀ, ਘਰੇ ਰਿਸ਼ਤੇਦਾਰ ਆਇਆ ਜਾਂ ਪ੍ਰੋਗਰਾਮ ਰੱਖਿਆ ਹੋਇਆ ਹੈ, ਸਮੋਸੇ ਲੈ ਕੇ ਜਾਣੇ, ਮੰਡੀ 'ਚ ਕਿਤੇ ਨਹੀਂ ਮਿਲੇ, ਇੱਕ ਦੁਕਾਨ ਤੇ ਮਿਲ ਰਹੇ। ਠੀਕ ਹੈ ਗੱਲ? ਚਾਹੇ ਬਈ ਉਹ ਰੇਟ ਮੈਨੂੰ 20 ਰੁਪਏ ਲਗਾ ਦੇ, 15 ਰੁਪਏ ਦਾ ਸਮੋਸੇ, ਜੇ ਉਹ 20 ਰੁਪਏ ਵੀ ਲਾ ਦੂਗਾ ਤਾਂ ਵੀ ਮੈਂ ਲੈ ਕੇ ਆਊਂਗਾ। ਸਮਝ ਗਏ ਗੱਲ? ਤਾਂ ਇਹਦਾ ਮਤਲਬ ਕੀ ਹੈ? ਟਾਈਮ ਪੀਰੀਅਡ ਜਦੋਂ ਥੋੜਾ ਹੈ ਤਾਂ ਡਿਮਾਂਡ ਕੀ ਹੈ? ਇਨਇਲਾਸਟਿਕ। ਠੀਕ ਹੈ ਨਾ? ਹੁਣ ਮੇਰੇ ਕੋਲ ਟਾਈਮ ਵੀ ਥੋੜਾ ਹੈ, ਕਿਉਂਕਿ ਪ੍ਰੋਗਰਾਮ ਆਏ ਤਾਂ ਹੈ ਨਹੀਂ ਵੀ ਸਾਲ ਬਾਅਦ ਕਰਾ ਲੂੰਗਾ ਮੈਂ। ਸਮਝੇ? ਮੈਂ ਕਰਾ ਸਕਦਾ ਪਰ ਦੂਰੀ ਵਾਰੀ ਕਰਾਉਣਾ, ਅੱਜ 'ਚ ਨਹੀਂ ਵੰਡੇ ਜਾਣੇ। ਸਮਝ ਗਏ ਗੱਲ? ਤਾਂ ਇਸ ਕਰਕੇ ਕੀ ਹੈ? ਡਿਮਾਂਡ ਇਲਾਸਟਿਕ ਹੈ। ਕਦੋਂ? ਜਦੋਂ ਪੀਰੀਅਡ ਜ਼ਿਆਦਾ ਹੈ, ਲੰਬਾ ਹੈ। ਜਦੋਂ ਪੀਰੀਅਡ ਛੋਟਾ ਹੈ ਤਾਂ ਕੀ ਹੋਊਗਾ? ਇਨਇਲਾਸਟਿਕ। ਤਾਂ ਆਪਣਾ ਚੈਪਟਰ ਆਲਮੋਸਟ ਕੰਪਲੀਟ ਹੋ ਗਿਆ ਹੈ। ਨੂਮੈਰੀਕਲ ਜਿਹੜੇ 2 ਬੁੱਕ 'ਚ ਦਿੱਤੇ ਨੇ, ਧਿਆਨ ਨਾਲ ਦੇਖੋ, ਉਸ ਤੋਂ ਬਾਕੀ ਤੁਸੀਂ ਪ੍ਰੈਕਟਿਸ ਕਰੋਗੇ ਆਪਣੇ। ਦੋ ਹੀ ਹੈ ਠੀਕ ਹੈ? ਪੇਜ ਨੰਬਰ 145। ਉਸ ਤੋਂ ਬੈਕ ਐਕਸਰਸਾਈਜ਼ 'ਚ ਜੇ ਨੂਮੈਰੀਕਲ ਹੋਏ ਤਾਂ ਜੀ ਤੁਸੀਂ ਸੋਲਵ ਕਰ ਰਹੇ ਹੈਗੇ। ਤਾਂ ਘੁੰਮ ਗਿਆ ਸਾਰਾ, ਇਹ ਇੱਕ ਦਾ ਹੀ ਹੈ। ਦੂਜੇ ਪੇਜ ਚੱਲ ਚੱਲ ਅੱਗੇ ਅੱਗੇ ਸਾਰਿਆਂ ਨੇ ਸਟੇਟਮੈਂਟ ਪੜ੍ਹੋ ਜੀ ਪਹਿਲਾਂ ਧਿਆਨ ਨਾਲ। ਦੇਖੋ ਸਟੇਟਮੈਂਟ ਨੂੰ ਛੋਟਾ ਕਿਵੇਂ ਕਰਨਾ ਹੈ ਪਹਿਲਾਂ ਉਹ ਸਿਖਾਊਗਾ ਜੀ। ਠੀਕ ਹੈ? ਨੀਂਦ ਹੀ ਆਉਂਦੀ ਆ। ਬਸ ਲਾਸਟ ਤੋਂ ਹੀ ਆਪਣਾ ਅੱਜ ਚੈਪਟਰ ਪੂਰਾ ਹੋ ਗਿਆ। ਠੀਕ ਹੈ? ਬਹੁਤ ਬਹੁਤ ਧੰਨਵਾਦ, ਤੁਹਾਡਾ ਚੈਪਟਰ ਪੂਰਾ ਕਰਵਾਤਾ ਤੁਸੀਂ ਅੱਜ। ਚੈਪਟਰ ਵਾਲਾ ਘੈਂਟ ਸੀਗਾ ਜੀ। ਚਲੋ ਦੇਖੋ ਜੀ, ਇਹ ਚੈਪਟਰ ਚੈਪਟਰ ਘੈਂਟ ਨਹੀਂ ਸੀ, ਮੈਂ ਘੈਂਟ ਕਰਾਇਆ। ਯੈਸ ਆਏ ਰਾਣ ਵਿੱਚ ਹਾਂ ਆਏ ਲਾਇਆ ਕਰੋ, ਮੈਨੂੰ ਵੀ ਪ੍ਰਾਊਡ ਫੀਲ ਹੋਵੇ। ਚਲੋ ਦੇਖੋ ਜੀ, ਸਪੋਜ਼ਿੰਗ ਇਨੀਸ਼ੀਅਲ ਪ੍ਰਾਈਸ, ਇਨੀਸ਼ੀਅਲ ਵਰਡ ਦੇ ਥੱਲੇ ਅੰਡਰਲਾਈਨ ਕਰਕੇ ਲਿਖ ਲਓ ओरिजिनल ਪ੍ਰਾਈਸ। ਓਏ INITIAL। लिखा है ਮੈਂ ਤਾਂ ਹੀ ਚੱਲਦਾ ठीक है जी। ओरिजिनल प्राइस का मतलब P, ओरिजिनल प्राइस का मतलब P है जी। यस सर। इज 4 रुपीस कितना है? 4 पर कप एंड इनिशियल डिमांड क्वांटिटी कितनी है जी? 1 कप। 1 कप। ठीक है गल? 1 कप क्लियर हो गया? यस सर। कहते इफ द प्राइस ऑफ आइसक्रीम फॉल्स टू 2 पर कप, P1 कितनी है? 2 रुपए। समझ गए? एंड डिमांड इंक्रीजेस टू 4 कप। Q1 की है जी 4, Q1 की है 4। ओ ਛੇ ਆਸਰ ਆ ਗਏ ਜੀ ਲੋ। खड़ जा इधर इलास्टिसिटी ऑफ डिमांड कटनी है। फार्मूला की है? नेगेटिव डेल्टा Q अपॉन Q इनटू P अपॉन डेल्टा P। याद आ गया फार्मूला? यस सर। देखो मेरे को Q भी अवेलेबल है, मेरे को P भी अवेलेबल है। ठीक है जी? डेल्टा Q ते डेल्टा P नहीं हैगा, कट सकते हैं? यस सर। यस डेल्टा P डेल्टा Q, P1 माइनस P माइनस 2, P1 माइनस Q1 माइनस Q 3। सारा क्लियर हो गया? डेल्टा Q की उरे अपने को की है जी माइनस, डेल्टा Q कितना जी 3, Q कितना है 1, डेल्टा P कितना जी 4, डेल्टा P कितना जी Minus। माइनस 2। गल समझ गए?
ਜਦੋਂ मैं इन्हू कैंसिल किया या गया 2 6 हाँ जी 6 आ गया ये 6 नहीं आया Minus इज इक्वल टू minus माइनस minus। मुरे है अंदर भी किया गया -6 माइनस नाल माइनस कैंसिल 6 इलास्टिसिटी ऑफ डिमांड 6 आ गया इज ग्रेटर देन 1 तो आंसर मोर देन यूनिटरी है गल समझ गए ਹਾਂਜੀ ਸਰ ਕਲੀਅਰ ਹੋ ਗਿਆ ਸਾਰਿਆਂ ਨੂੰ ਇਸ ਤਰ੍ਹਾਂ ਦੇ ਨੂਮੈਰੀਕਲ ਹੋਣਗੇ ਹੁਣ ਕਹਾਂ ਸੁਣੋਗੇ ਮੰਨ ਲਓ ਤੁਹਾਨੂੰ ਉਹਨੇ ਇਲਾਸਟਿਸਿਟੀ ਆਫ ਡਿਮਾਂਡ ਦਿੱਤਾ ਕਹਿੰਦਾ ਜੀ ਤੁਸੀਂ ਕੱਢੋ ਕੁਆਂਟੀਟੀ 'ਚ ਚੇਂਜ ਕਿੰਨਾ ਆਇਆ ਉਹ ਕੱਢੋ ਤਾਂ ਤੁਸੀਂ ਕੀ ਕੱਢਣਾ ਹੈ ਡੈਲਟਾ Q ਜੇ ਉਹਨੇ ਕਹਿੰਦਾ ਚੇਂਜਡ ਕੁਆਂਟੀਟੀ ਦੱਸੋ ਕਿੰਨੀ ਹੈ ਚੇਂਜਡ ਕੁਆਂਟੀਟੀ ਤਾਂ ਉਹਨੇ ਤੁਹਾਡੇ ਤੋਂ Q1 ਪੁੱਛਿਆ ਗੱਲ ਸਮਝ ਗਏ ਕੀ ਪੁੱਛਿਆ Q1 ਜੇ ਉਹਨੇ ਕਹਿੰਦਾ ਸਾਨੂੰ ਚੇਂਜਡ ਪ੍ਰਾਈਸ ਦੱਸੋ ਤਾਂ ਕਿੰਨਾ ਹੈ P1 ਪੁੱਛਿਆ ਜੇ ਉਹਨੇ ਪੁੱਛਿਆ ਚੇਂਜ ਪ੍ਰਾਈਸ ਚ ਕਿੰਨਾ ਚੇਂਜ ਆਇਆ ਉਹ ਦੱਸੋ ਕੀ ਪੁੱਛਿਆ ਨੇ ਡੈਲਟਾ T ਸਮਝ ਗਏ ਜੇ ओरिजिनल ਪੁੱਛ ਲਿਆ ਤਾਂ ਬਾਕੀ ਸਾਰਾ ਕੁਝ ਦੇ ਦੂਗਾ ਜੇ ओरिजिनल ਕੁਆਂਟੀਟੀ ਪੁੱਛੀ ਤਾਂ ਬਾਕੀ ਸਾਰਾ ਕੁਝ ਦੇ ਦੂਗਾ ਯਾਨੀ ਕਿ ਉਹ ਇੱਕ ਚੀਜ਼ ਮਿਸ ਕਰੂਗਾ ਬਸ ਸਮਝ ਗਏ ਗੱਲ ਜਿਵੇਂ ਮੈਥਮੈਟਿਕਸ ਚ ਨਹੀਂ ਹੁੰਦਾ ਤੁਸੀਂ ਪੁੱਠਾ ਸਿੱਧਾ ਜਾਂ ਘੁਮਾ ਕੇ ਹਨਾ ਆਨਸਰ ਕੱਢਦਾ ਕਰੋ ਉਹ ਮੈਂ ਤੁਹਾਡੇ ਤੋਂ ਆਨਸਰ ਜਿਹੜੇ ਨੇ ਉਹ ਕਢਵਾਊਗਾ ਤਾਂ ਤੁਸੀਂ ਇਹਦੀ ਪ੍ਰੈਕਟਿਸ ਕਰੋ ਸੈਕਿੰਡ ਸਮ ਸਾਰੇ ਜਣੇ ਸੋਲਵ ਕਰਕੇ ਮੈਨੂੰ ਦਿਖਾਓ ਫਿਰ ਉਸ ਤੋਂ ਬਾਅਦ ਆਪਾਂ ਕਲਾਸ ਓਵਰ ਕਰਾਂਗੇ ਬਸ ਇੰਨਾ ਕੀ ਹੈ ਜੀ ਆਪਣਾ ਇਹ ਚੈਪਟਰ ਘਰੋਂ ਘਰੀ ਹੁੰਦੇ ਆ ਸਾਰੇ ਉਹ ਮੈਨੂੰ ਕਰਦਾ ਉਹ ਕਰਦੇ ਨੇ तो भी मैं नहीं करते क्योंकि आधा घंटा हो गया मैं देगा पैसा बोल कर इसके ये पी है अभी ये आगे आगे कहते हैं प्राइस ऑफ द गुड इज 5 कंज्यूमर बायज 20 यूनिट्स ऑफ दैट गुड P 5 Q 20 P1 Q1 कहते हैं जी प्राइस चेंजेस टू 7 क्वांटिटी परचेज्ड चेंजेस टू 12 डेल्टा P आ गया जी 2 7 माइनस 5 डेल्टा Q कितना आ गया -8 गल समझ गए डेल्टा क्यों कितना आ गया -8 क्योंकि 12 -20 ठीक है जी हुन सारे जने एक गल देखो इलास्टिसिटी ऑफ डिमांड माइनस डेल्टा क्यों कितना है -8 क्यों कितना है 20 P कितना है 5 डेल्टा P कितना है 2 जब इन्हां नूं कैंसिल किया 4 आ गया इन्हां नूं कैंसिल किया 4 आ गया 4 नाल 4 कैंसिल अंदर -1 आ गया बाहर भी एक माइनस पी है माइनस माइनस कैंसल प्लस 1 तो आंसर क्या आ गया जी यूनिटरी डिमांड गल समझ गए की आंसर आ गया यूनिटरी डिमांड हुन सारे जने एक नोट करने ने गल ध्यान नाल सुनो लास्ट गल है जो कि जे तुसी नेगेटिव ना पाउंदे जे तुसी आंसर ने ना पाउंदे ਤਾਂ ਤੁਹਾਡਾ ਇਲਾਸਟਿਸਿਟੀ ਆਫ ਡਿਮਾਂਡ ਨੈਗੇਟਿਵ ਚੱਲ ਜਾਂਦਾ ਸਾਰੇ ਜਣੇ ਦਿਲ ਤੇ ਦਿਮਾਗ ਵਿੱਚ ਇੱਕ ਗੱਲ ਵਸਾ ਲਓ ਕਿ ਇਲਾਸਟਿਸਿਟੀ ਆਫ ਡਿਮਾਂਡ ਕਦੇ ਵੀ ਨੈਗੇਟਿਵ ਚ ਨਹੀਂ ਆਊਗੀ ਮੈਕਸਿਮਮ ਮਿਨੀਮਮ ਤੋਂ ਮਿਨੀਮਮ 0 ਹੋ ਜੂਗੀ ਕਦੇ ਵੀ ਨੈਗੇਟਿਵ ਚ ਨਹੀਂ ਆਊਗੀ ਸਮਝ ਗਏ ਕਲੀਅਰ ਹੈ ਤਾਂ ਹੀ ਹਮ ਇਹਨੇ ਨੈਗੇਟਿਵ ਲਾਇਆ ਜੇ ਮੈਂ 네ਗੇਟਿਵ ਨਾ ਹੁੰਦਾ ਤਾਂ ਤੁਸੀਂ ਦੇਖ ਰਹੇ ਹੋ ਨਾ ਇਲਾਸਟਿਸਿਟੀ ਆਫ ਡਿਮਾਂਡ -1 ਆ ਰਹੀ ਹੈ ਇਹ ਗੱਲ ਇਸ ਕਰਕੇ ਹਮੇਸ਼ਾ ਇਲਾਸਟਿਸਿਟੀ ਆਫ ਡਿਮਾਂਡ ਕਾ ਚਾਹੂਗੀ ਪੋਜ਼ਿਟਿਵ ਚ ਠੀਕ ਹੈ ਕਦੇ ਵੀ P ਤੇ Q ਦੀ ਵੈਲਿਊ 네ਗੇਟਿਵ ਚ ਨਹੀਂ ਆਊਗੀ ਕਦੇ ਵੀ P ਤੇ Q ਦੀ ਵੈਲਿਊ 네ਗੇਟਿਵ ਚ ਨਹੀਂ ਆਊਗੀ ਡੈ P1 ਤੇ Q1 ਦੀ ਵੈਲਿਊ 네ਗੇਟਿਵ ਚ ਨਹੀਂ ਆਊਗੀ समझ गए भाई हम प्राइस 4 तो -4 थोड़ी हो जू अगला कहूँगा भाई 4 रुपये तेन मैं दूँ नाल तू चीज़ भी ले जा
ਐ ਤਾਂ ਹੋਊਗਾ ਨਹੀਂ ਨਾ, ਇਸ ਕਰਕੇ ਇਹ ਵੀ ਕਦੇ ਨੈਗੇਟਿਵ 'ਚ ਨਹੀਂ ਆਊਗੀ। ਜੇ ਤੁਹਾਨੂੰ ਕਦੇ ਸਮਝ ਚੇਂਜ ਆਫ P ਜਾਂ ਚੇਂਜ ਆਫ Q ਕੱਢਣ ਨੂੰ ਕਹਤਾ ਤਾਂ ਇਕੱਲਾ ਇਹ ਆਨਸਰ ਨੈਗੇਟਿਵ 'ਚ ਆ ਸਕਦਾ, ਨਹੀਂ ਆਉਂਦਾ ਨਹੀਂ। ਪੇਪਰ 'ਚ ਚੈੱਕ ਕਰਨ ਦਾ ਤਰੀਕਾ ਹੈ, ਸਮਝ ਗਏ ਗੱਲ। ਜੇ ਤੁਹਾਡਾ ਡੈਲਟਾ P ਜਾਂ Q ਨੈਗੇਟਿਵ 'ਚ ਆ ਗਿਆ ਤਾਂ ਜਾਇਜ਼ ਹੈ, ਪਰ ਕੋਈ ਵੀ ਹੋਰ ਚੀਜ਼ ਨੈਗੇਟਿਵ 'ਚ ਆਨਸਰ ਨਹੀਂ ਹੋਊਗੀ, ਕਿਉਂਕਿ ਉਹ ਆ ਹੀ ਨਹੀਂ ਸਕਦੀ। ਸਮਝ ਗਏ ਕਿ ਬੱਲਬ ਦੇ ਆਨਸਰ ਪੁਆਇੰਟਾਂ 'ਚ ਆ ਸਕਦੇ ਆ, ਨਹੀਂ ਆ ਸਕਦੇ। ਕਈ ਚੀਜ਼ਾਂ ਨਾ ਕਮਰਸ 'ਚ ਇਹੋ ਜਿਹੀਆਂ ਜਿਹੜੀਆਂ ਇਮੈਜਨਰੀ ਹੁੰਦੀਆਂ, ਜਿਵੇਂ ਹੁਣ ਬੱਲਬ ਨੇ, ਮੰਨ ਲਓ ਉਹਦਾ ਪੁਆਇੰਟਾਂ 'ਚ ਆਨਸਰ ਆ ਗਿਆ, ਤੁਸੀਂ ਕਹੋਗੇ ਜੀ ਇੰਨੇ ਪੁਆਇੰਟ ਇੰਨੇ ਬੱਲਬ, ਕਿਵੇਂ ਪੋਸੀਬਲ ਹੈ? ਉਹਦਾ ਤਾਂ ਕੋਈ ਮਤਲਬ ਹੀ ਨਹੀਂ ਬਣਦਾ, ਉਹ ਤਾਂ ਆਨਸਰ ਹੀ ਰੌਂਗ ਹੈ, ਹੈ ਨਾ। ਜੇ ਆ ਗਿਆ ਬਣ ਸਕਦਾ ਆਨਸਰ, ਇਮੈਜਨਰੀ ਬਣ ਸਕਦਾ ਹੈ, ਪਰ ਜਦੋਂ ਪ੍ਰੈਕਟੀਕਲੀ ਕੋਈ ਚੀਜ਼ ਕਰਨੀ ਹੋਵੇ ਨਾ ਤਾਂ ਉੱਥੇ ਲਿਖ ਨਹੀਂ ਸਕਦੇ ਅਸੀਂ। ਤਾਂ ਇਸ ਕਰਕੇ ਤੁਸੀਂ ਹਮੇਸ਼ਾ ਇਸ ਗੱਲ ਦਾ ਯਾਦ ਰੱਖਣਾ ਕਿ ਇਸ ਕੁਐਸਚਨ ਵਿੱਚ ਇਲਾਸਟਿਸਿਟੀ ਆਫ ਡਿਮਾਂਡ ਦੇ ਵਿੱਚ ਸੋ ਨੇ ਆਵਲੀ ਚੀਜ਼ ਨੈਗੇਟਿਵ ਜਾ ਸਕਦੀ ਹੈ, ਹੋਰ ਕੋਈ ਵੀ ਚੀਜ਼ ਨੈਗੇਟਿਵ ਚ ਨਹੀਂ। ਕਲੀਅਰ ਹੈ ਸਾਰਿਆਂ ਨੂੰ? ਤਾਂ ਆਪਣਾ ਇਹਦੇ ਨਾਲ ਇਹ ਚੈਪਟਰ ਕੰਪਲੀਟ, ਠੀਕ ਹੈ।